ਹੈਲੋ ਫਰੈਂਡਸ, ਵੈਲਕਮ ਆ ਤੁਹਾਡੇ ਆਪਣੇ ਚੈਨਲ ਜੈਨੂਇਨ ਜੀਕੇ ਫੈਕਟਸ ਤੇ। ਤਾਂ ਬੱਚੇ ਪੰਜਾਬ ਜੀਕੇ ਦਾ ਬਹੁਤ ਹੀ ਧਮਾਕੇਦਾਰ ਸੈਸ਼ਨ ਰਹਿਣ ਵਾਲਾ। ਵਿਦਆਊਟ ਐਨੀ ਡਿਲੇ ਆਪਾਂ ਸੈਸ਼ਨ ਸਟਾਰਟ ਕਰਦੇ ਹਾਂ। ਪਹਿਲਾ ਪ੍ਰਸ਼ਨ, ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ? ਤਾਂ ਆਪਣੇ ਪੰਜਾਬ ਦੇ ਜਿੰਨੇ ਵੀ ਫਸਟ ਰਹੇ ਨੇ ਤਾਂ ਤੁਹਾਨੂੰ ਸਾਰੇ ਪਤਾ ਹੋਣੇ ਚਾਹੀਦੇ ਆ, ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਨੇ। ਤਾਂ ਜੋ ਚਾਰੇ ਆਪਸ਼ਨਾਂ ਨੇ ਇਹ ਸਾਰੇ ਕੁਛ ਨਾ ਕੁਛ ਪਹਿਲਾਂ ਰਹੇ ਨੇ। ਤਾਂ ਇਸ ਪ੍ਰਸ਼ਨ ਦੇ ਜੋ ਆਪਾਂ ਨੂੰ ਪੁੱਛਿਆ ਵੀ ਪਹਿਲਾ ਵਿਧਾਨ ਸਭਾ ਦਾ ਸਪੀਕਰ ਦੱਸਣਾ, ਸੋ ਆਪਸ਼ਨ ਨੇ ਸਰਦਾਰ ਕਪੂਰ ਸਿੰਘ। ਜੇ ਅਜੇ ਗੋਪੀ ਚੰਦ ਭਾਰਗਵ ਤਾਂ ਇਹ ਆਪਣੇ ਫਸਟ ਕੀ ਨੇ? ਸੀਐਮ ਨੇ। ਔਰ ਇਸ ਤੋਂ ਬਾਅਦ ਬੱਚੇ ਜੇ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਦੀ ਗੱਲ ਕਰੀਏ ਤਾਂ ਇਹ ਆਪਣੇ ਫਸਟ ਰਾਜਪਾਲ ਜਾਂ ਫਿਰ ਗਵਰਨਰ ਕਹਿ ਲਓ ਤੁਸੀਂ, ਠੀਕ ਹੈ। ਤਾਂ ਗਵਰਨਰ ਨੇ। ਤੇ ਗਿਆਨ ਸਿੰਘ ਰਾੜੇਵਾਲਾ ਨੇ ਜਿਹੜੇ ਇਹ ਪਹਿਲੇ ਪੈਪਸੂ ਦੇ ਸੀਐਮ ਨੇ। ਇੰਨੀ ਚੀਜ਼ ਤੁਹਾਨੂੰ ਕਲੀਅਰ ਹੋ ਗਈ। ਦੇਖੋ ਜੇ ਤੁਹਾਨੂੰ ਅਜੇ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀਗਾ, ਤੁਸੀਂ ਲਾਓਗੇ ਗੋਪੀ ਚੰਦ ਭਾਰਗਵ। ਜੇ ਅਜੇ ਪੰਜਾਬ ਦਾ ਪਹਿਲਾ ਰਾਜਪਾਲ ਕੌਣ ਸੀ, ਤੁਸੀਂ ਲਾਓਗੇ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ। ਜੇ ਅਜੇ ਪੈਪਸੂ ਦਾ ਪਹਿਲਾ ਰਾਜ ਪ੍ਰਮੁੱਖ ਕੌਣ ਸੀ, ਠੀਕ ਹੈ, ਤਾਂ ਉਹ ਆ ਜਾਊਗਾ ਮਹਾਰਾਜਾ ਯਾਦਵਿੰਦਰ ਸਿੰਘ। ਮਹਾਰਾਜਾ ਯਾਦਵਿੰਦਰ ਸਿੰਘ, ਠੀਕ ਹੈ। ਤਾਂ ਬੱਚੇ ਕੁਇਕ ਰਿਵੀਜ਼ਨ ਹੀ ਕਰਵਾ ਰਹੇ ਹਾਂ। ਪਹਿਲਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਹ ਚੀਜ਼ਾਂ ਆਪਣੀ ਪੰਜਾਬ ਜੀਕੇ ਸੀਰੀਜ਼ ਦੇ ਵਿੱਚ ਪਈਆਂ ਨੇ, ਤਾਂ ਉਹਦੇ 'ਚ ਤੁਸੀਂ ਜਾ ਕੇ ਇਹਨੂੰ ਇੱਕ ਵਾਰੀ ਦੇਖ ਲਿਓ। ਜੇ ਤੁਹਾਨੂੰ ਆ ਜਾਏ ਕਿ ਪੈਪਸੂ ਦਾ ਮੁੱਖ ਮੰਤਰੀ ਕੌਣ ਸੀ ਤਾਂ ਗਿਆਨ ਸਿੰਘ ਰਾੜੇਵਾਲਾ ਆ ਜਾਊਗਾ। ਜੇ ਤੁਹਾਨੂੰ ਆ ਜਾਏ ਕਿ ਪੈਪਸੂ ਦਾ ਫਸਟ ਉਪ ਰਾਜ ਪ੍ਰਮੁੱਖ ਆ ਜੇ, ਦੈਨ ਤੁਸੀਂ ਲਾਓਗੇ ਜਗਤਜੀਤ ਸਿੰਘ। ਹੋਪਸੋ ਤੁਹਾਨੂੰ ਇੰਨੇ ਫੈਕਟ ਇੱਥੋਂ ਕਲੀਅਰ ਹੋ ਗਏ ਹੋਣਗੇ। ਜੇ ਬੱਚੇ ਅਜੇ ਤੁਹਾਨੂੰ ਜੋ ਪੂਰਬੀ ਪੰਜਾਬ ਹਾਈ ਕੋਰਟ ਸੀ ਉਹਦਾ ਪਹਿਲਾ ਚੀਫ ਜਸਟਿਸ ਸੀਗਾ, ਫਸਟ ਚੀਫ ਜਸਟਿਸ, ਉਹ ਕੌਣ ਸੀਗਾ? ਇਹਦਾ ਨਾਮ ਵੀ ਤੁਸੀਂ ਯਾਦ ਰੱਖਣਾ, ਜਸਟਿਸ ਰਾਮ ਲਾਲ। ਇਹ ਕੌਣ ਸੀ? ਪਹਿਲੀ ਪੂਰਬੀ ਪੰਜਾਬ ਹਾਈ ਕੋਰਟ ਦੇ ਚੀਫ ਜਸਟਿਸ ਸੀਗੇ ਪਹਿਲੇ। ਪੰਜਾਬ ਵਿਧਾਨ ਸਭਾ ਦਾ ਸਪੀਕਰ ਪਹਿਲਾ ਕੌਣ ਸੀਗਾ? ਸਰਦਾਰ ਕਪੂਰ ਸਿੰਘ ਸੀਗਾ। ਪੰਜਾਬ ਦਾ ਜੋ ਫਸਟ ਲੋਕਪਾਲ ਸੀ ਇਹਦਾ ਨਾਮ ਵੀ ਬੱਚੇ ਧਿਆਨ 'ਚ ਰੱਖਣਾ ਤੁਸੀਂ, SS ਸੋਢੀ। ਤਾਂ ਆਹ ਪ੍ਰਸ਼ਨ ਦੇ ਨਾਲ ਤੁਸੀਂ ਇੰਨੀ ਕੁ ਚੀਜ਼ ਯਾਦ ਜਿਹੜੀ ਉਹ ਰੱਖ ਸਕਦੇ ਹੋ। ਬਾਕੀ ਬੱਚੇ ਜੇ ਅਜੇ ਕਈ ਵਾਰ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਬੰਧਕ ਆ ਉਹਦਾ ਜੇ ਪਹਿਲਾਂ ਪੁੱਛਿਆ ਜਾਵੇ, ਠੀਕ ਹੈ, 1920 ਦੇ ਵਿੱਚ ਜਦੋਂ ਮਤਲਬ ਕਿ ਆਪਦੇ ਤਰੀਕੇ ਦੇ ਨਾਲ ਬਣਾਇਆ ਗਿਆ ਸੀ, ਉਦੋਂ ਸੁੰਦਰ ਸਿੰਘ ਮਜੀਠੀਆ ਸੀ। ਜਦੋਂ ਐਕਟ ਪਾਸ ਹੋ ਗਿਆ ਸੀ 1925 ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਐਕਟ ਆਇਆ ਸੀ, ਉਸ ਤੋਂ ਬਾਅਦ ਪਹਿਲੇ ਬਣੇ ਸੀ ਬਾਬਾ ਖੜਕ ਸਿੰਘ। ਹੋਪਸੋ ਤੁਹਾਨੂੰ ਜਿੰਨੇ ਕੁ ਪੰਜਾਬ ਦੇ ਇੰਪੋਰਟੈਂਟ ਨੇ ਬੱਚੇ ਉਹ ਤੁਹਾਨੂੰ ਕਲੀਅਰ ਇੱਥੋਂ ਫੈਕਟ ਸਾਰੇ ਹੋ ਗਏ ਹੋਣਗੇ। ਜੇ ਕਿਸੇ ਬੱਚੇ ਨੇ ਕੋਈ ਡਾਊਟ ਆ ਬੱਚੇ ਦੈਨ ਕਮੈਂਟ ਕਰ ਦਿਓ, ਆਪਾਂ ਤੁਹਾਡਾ ਡਾਊਟ ਕਲੀਅਰ ਕਰ ਦਾਂਗੇ। ਤੇ 9 ਵਜੇ ਆਪਣੀ ਮਿਕਸ ਜੀਕੇ ਦੀ ਜਿਹੜੀ ਲਾਈਵ ਕਲਾਸ ਆ ਉਹ ਰਹਿਣ ਵਾਲੀ ਆ, ਤਾਂ ਸਾਰੇ ਬੱਚਿਆਂ ਨੇ ਉਹਨੂੰ ਜੁਆਇਨ ਕਰ ਲਿਓ। ਤੇ ਸ਼ਡਿਊਲ ਆਪਣੇ ਚੈਨਲ ਤੇ ਤੁਹਾਨੂੰ ਹੋਮ ਤੇ ਜਾਂ ਫਿਰ ਲਾਈਵ ਦੇ ਵਿੱਚ ਮਿਲ ਜੂਗਾ। ਜਿਹਨੇ ਹਲੇ ਤੱਕ ਵੀਡੀਓ ਲਾਈਕ ਨਹੀਂ ਕਰੀ ਲਾਈਕ ਕਰ ਦਿਓ, ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਅੱਗੇ ਆ ਜਿਓ। ਤੇ ਨਾਲ ਹੀ ਬੱਚੇ ਆਈ ਬਟਨ 'ਚ ਤੁਹਾਨੂੰ ਦੂਸਰੀਆਂ ਵੀਡੀਓਜ਼ ਦਾ ਲਿੰਕ ਮਿਲ ਜੂ, ਉਹ ਵੀ ਦੇਖ ਲਿਓ। ਤਾਂ ਪ੍ਰਸ਼ਨ ਦੂਸਰਾ, ਸਿੱਖ ਸਾਮਰਾਜ ਦਾ ਸੰਸਥਾਪਕ ਕੌਣ ਹੈ? ਇਹ ਵੀ ਬੱਚੇ ਮੋਸਟ ਇੰਪੋਰਟੈਂਟ ਪ੍ਰਸ਼ਨ ਆ ਤੁਹਾਡੇ ਲਈ। ਤੇ ਦਲੀਪ ਸਿੰਘ ਖੜਕ ਸਿੰਘ, ਹਰੀ ਸਿੰਘ ਨਲੂਆ ਤੇ ਮਹਾਰਾਜਾ ਰਣਜੀਤ ਸਿੰਘ। ਤਾਂ ਇਹਦਾ ਕਰੈਕਟ ਆਨਸਰ ਹੈ ਆਪਸ਼ਨ ਡੀ, ਮਹਾਰਾਜਾ ਰਣਜੀਤ ਸਿੰਘ। ਤਾਂ ਬੱਚੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਇੱਥੇ ਫੈਕਟ, ਲਾਇਨ ਏ ਪੰਜਾਬ ਇਹਨਾਂ ਨੂੰ ਕਿਹਾ ਜਾਂਦਾ। ਲਾਇਨ ਏ ਪੰਜਾਬ ਮੀਨਸ ਕਿ ਸ਼ੇਰੇ ਪੰਜਾਬ ਇਹਨਾਂ ਨੂੰ ਕਿਹਾ ਜਾਂਦਾਗਾ, ਠੀਕ ਹੈ। ਤਾਂ ਇੱਕ ਚੀਜ਼ ਆ ਯਾਦ ਰੱਖਣੀ ਆ। ਫਿਰ ਇਸ ਤੋਂ ਬਾਅਦ ਇਹਨਾਂ ਦਾ ਜਨਮ ਇਹਨਾਂ ਦਾ 13 ਨਵੰਬਰ, ਇਹ SI ਦੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ 1780 ਨੂੰ। ਕਿੱਥੇ ਹੋਇਆ ਸੀ? ਗੁਜਰਾਂਵਾਲਾ। ਤਾਂ ਗੁਜਰਾਂਵਾਲਾ ਆਪਸ਼ਨ ਦੇ ਵਿੱਚ ਸੀਗਾ ਬੱਚੇ। ਗੁਜਰਾਂਵਾਲਾ ਕਿੱਥੇ? ਪਾਕਿਸਤਾਨ ਦੇ ਵਿੱਚ, ਠੀਕ ਹੈ। ਤੇ ਜੇ ਅਜੇ ਇਹਨਾਂ ਦਾ ਗੋਤ, ਤਾਂ ਗੋਤ ਲਾਉਂਗੇ ਸੰਧਾਵਾਲੀਆ, ਠੀਕ ਹੈ। ਤੇ ਇਹ ਲਾਉਂਗੇ। ਜੇ ਇਹਨਾਂ ਦੇ ਪਿਤਾ ਦਾ ਨਾਮ ਬੱਚੇ ਤਾਂ ਤੁਹਾਨੂੰ ਮੈਂ ਜੇ ਫੈਮਿਲੀ ਦੀ ਡਿਟੇਲ ਦੱਸ ਰਿਹਾ, ਠੀਕ ਹੈ। ਸ਼ੁਕਰ ਚੱਕੀਆ ਮਿਸਲ, ਸ਼ੁਕਰ ਚੱਕੀਆ ਮਿਸਲ। ਤੇ ਇਹਨਾਂ ਦੇ ਪਿਤਾ ਦਾ ਨਾਮ ਪੁੱਛ ਲਿਆ ਤਾਂ ਪਿਤਾ ਦਾ ਨਾਮ ਲਾਉਂਗੇ ਤੁਸੀਂ ਮਹਾ ਸਿੰਘ। ਕਬੀਲਾ ਇਹਨਾਂ ਦਾ ਸੰਧੇਵਾਲੀਆ ਸੀ। ਮਾਤਾ ਦਾ ਨਾਮ ਰਾਜ ਕੌਰ ਸੀ। ਜੀਂਦ ਦੇ ਰਾਜੇ ਗਜਪਤ ਸਿੰਘ ਦੀ ਪੁੱਤਰੀ ਸੀ। ਇਹਨਾਂ ਦੀ ਫੈਮਿਲੀ ਡਿਟੇਲ ਨਹੀਂ ਕਿ ਤੁਸੀਂ ਯਾਦ ਰੱਖਣੀ ਆ। ਉਸ ਤੋਂ ਬਾਅਦ ਹੁੰਦਾ ਵੀ ਜੋ ਇਹਨਾਂ ਦਾ ਪੂਰਾ ਰਾਜ ਸੀਗਾ ਉਹ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ? ਦੈਨ ਆਨਸਰ ਲਾਉਂਗੇ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਤਾਂ ਉਹ 4 ਭਾਗ ਕਿਹੜੇ ਨੇ? ਇੱਕ ਸੀਗਾ ਮੁਲਤਾਨ, ਤੇ ਦੂਸਰਾ ਸੀਗਾ ਲਾਹੌਰ, ਤੀਸਰਾ ਸੀ ਪਿਸ਼ਾਵਰ ਐਂਡ ਚੌਥਾ ਸੀਗਾ ਕਸ਼ਮੀਰ, ਠੀਕ ਹੈ। ਇਹਦਾ 4 ਭਾਗਾਂ ਦੇ ਵਿੱਚ ਰਾਜ ਜਿਹੜਾ ਉਹ ਵੰਡਿਆ ਹੋਇਆ ਸੀਗਾ। ਔਰ ਇੱਕ ਇਹਨਾਂ ਦੀ ਤੋਪ ਦਾ ਨਾਮ ਪੁੱਛਿਆ ਜਾਂਦਾ, ਤੋਪ ਦਾ ਨਾਮ ਸੀ ਜਮਜਮਾ ਤੋਪ। ਕਲੀਅਰ ਆ। ਫਿਰ ਜੇ ਤੁਹਾਨੂੰ ਆ ਜਾਏ ਕਿ ਇਹਨਾਂ ਦੇ ਘੋੜੇ ਦਾ ਨਾਮ ਕੀ ਸੀ? ਘੋੜੇ ਦਾ ਨਾਮ ਸੀ ਇਹਨਾਂ ਦੇ ਲੈਲੀ, ਇਹ ਵੀ ਯਾਦ ਰੱਖਣਾ। ਜੇ ਤੁਹਾਨੂੰ ਆ ਜਾਏ ਇਹਨਾਂ ਦੇ ਨਗਾਰੇ ਦਾ ਨਾਮ, ਤਾਂ ਬੱਚੇ ਇਹਨਾਂ ਦੇ ਨਗਾਰੇ ਦਾ ਨਾਮ ਸੀ, ਇਹਨਾਂ ਦੇ ਨਾਮ ਤੇ ਸੀ ਰਣਜੀਤ ਨਗਾਰਾ। ਹੁਣ ਜੇ ਆਪਾਂ ਰਣਜੀਤ ਕਰਦੇ ਰਹਿੰਦੇ ਆ ਤਾਂ ਇਹਨਾਂ ਦੇ ਬੱਚੇ ਜੋ ਬਚਪਨ ਦਾ ਨਾਮ ਸੀ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, 올ਡ ਨਾਮ, ਜਾਂ ਫਿਰ ਇਹਨਾਂ ਦੇ ਬਚਪਨ ਦਾ ਨਾਮ ਸੀਗਾ ਬੁੱਧ ਸਿੰਘ।
ठीक है। फिर आउंदा भी बुद्ध सिंह तो रणजीत सिंह जिहड़ा नाम पिया, ये नाम किन्ना वल्लों दिता गया सी? ये बच्चे नाम दिता गया सी इन्हां दे पिता, जिन्हां दा नाम आपां देख के हटिया महा सिंह। ठीक है, महा सिंह ने इन्हां नूं यह नाम दिता सी, क्यों? क्योंकि एक युद्ध होया सीगा रसूलपुर की लड़ाई, तो उस तो बाद इन्हां दा बुद्ध सिंह तो नाम की पै गया सीगा? रणजीत सिंह पै गया सी, और इन्हां दे नगारे का नाम भी की सीगा? रणजीत सिंह सीगा। फिर इस तो बाद आउंदा इन्हां दा कोरोनेशन मीनस के ताजपोशी। तो इन्हां दी जो ताजपोशी की गई सी वो कदों की गई सी? 12 अप्रैल 1801 नूं इन्हां दी ताजपोशी की गई सी। फिर इंपॉर्टेंट फैक्ट दूसरा यह है भी किस दे द्वारा की गई सी। तो बच्चे दो प्रश्न ये भी थोड़े लिए फैक्ट इंपॉर्टेंट है। साहिब सिंह बेदी, तो बेदी जो किहड़े गुरु साहिबान के नाम नाल जुड़दा बच्चे, ये तुसीं कमेंट करके बाद दे विच दसना। ठीक है, तो किवें बने सी ये? जो अपने पहला मिसलां चलदियां सी, तो 12 मिसलां नूं मिला के फिर इस तो बाद इन्हां ने आपदा कोरोनेशन सीगा जो कीता गया सी 12 अप्रैल 1801 नूं किन्हां दे द्वारा? साहिब सिंह बेदी के द्वारा किया गया सी। होप्स आ नोट कर लिया होगा बच्चे। जो वीडियो लाइक नहीं करी लाइक कर दो, इनू मैं अरेज करन लग्या, स्क्रीनशॉट करना कर लो। चलो भी, उस तो बाद आउंदा इन्हां दे PM का नाम। तो इन्हां दे PM का नाम सी ध्यान चंद डोगरा सिंह, नहीं बच्चे, ध्यान चंद डोगरा। ठीक है, आ याद रखना तुसी। और इस तो बाद आउंदा इन्हां दा सैनापति, जिहड़ा कि ऑप्शन दे विच पिया हरी सिंह नलूआ। बहुत बच्चों ने तो यह भी हो सकता लाता होवे हरी सिंह नलूआ। तो ये बच्चे इन्हां दा सैनापति सीगा, जिहड़ा कि 1837 दे विच एक लड़ाई हुई सी, जिसनूं असीं जाणदे आ जमरौद दी लड़ाई दे नाल। ठीक है, तो ये शहीद हो गए सी कौन? हरी सिंह नलूआ, जो कि इन्हां दे सैनापति सी महाराजा रणजीत सिंह दे। और किहदे अगेंस्ट लड़ रहे सी ये? मुहम्मद खान दे विरोधी ये इस लड़ाई दे विच लड़ रहे सी। आ चीज़ तुहानूं क्लीयर आ। चलो उस तो बाद आपां गल करदे हां इन्हां दी राजधानी दी। तो बच्चे इन्हां दी राजधानी का नाम आ जे, दैन तुसीं लाओगे लाहौर। कदों तो बनी सी ये? 1799 तो लाहौर इन्हां दी राजधानी सी। फिर इन्हां ने अपनी रिलीजीअस या फिर धार्मिक कैपीटल किहनूं बनाया सी? अमृतसर नूं अपनी धार्मिक कैपीटल बनाया सी। जे तुहानूं आ जे भी इन्हां दी भाषा किहड़ी सी, तां इन्हां दी बच्चे भाषा सी फारसी। ये चीज़ नूं भी याद रखना। फिर इन्हां दे विदेश मंत्री का नाम भी तुहानूं पुछया जांदा कि विदेश मंत्री इन्हां दे कौन सी? सो विदेश मंत्री इन्हां दे सी फकीर अजीज उद्दीन। बच्चे मैं थोड़ा थोड़ा जिहा स्पीड दे नाल करवा रहा तां जो जिन्हां दा हुण एग्जाम, ठीक है, मतलब कि 1-2 दिनों के विच ही होने वाला ना, तो उन्होंने आपां ज़्यादा तो ज़्यादा पॉइंट ने जिहड़े वो कवर करवा दईए। पहलां आपां डिटेल दे विच ये चीज़ करवाई भी आ, तो नोट कर लिया होगा। इन्हां दे 2 विदेशी सैनापति ने जिहड़े तुसीं याद रखने आ। 2 विदेशी सैनापति किहड़े-किहड़े सी? अलार्ड, वैसे तो 6 बंदे सीगे बट आपां 2 ही पढ़ते हैं। एक सीगा बेंतूरा, अलार्ड ते बेंतूरा। जो अलार्ड सीगा ये किहड़े देश का? ये फ्रांस का। तो जिहड़ा ये वाला सी ये किहड़े देश का सी? इटली का। तो अलार्ड सीगा जिहड़ा ये घोड़सवारी वाली वल, मतलब कि बस इतना ही याद रखना भी घोड़सवारी वाली साइड ते सी। जो बेंतूरा सीगा ये दरबारी सेना का जनरल सीगा। और होर इंपॉर्टेंट फैक्ट ये आ, इन्हां ने फौज खास का निर्माण किया सीगा। फौज खास का निर्माण इन्हां ने किया सीगा। महाराजा अजायब घर कित्थे? अमृतसर दे विच आ। ये चीज़ नूं याद रखना तुसीं। ते इन्हां दी हाई कोर्ट की थां ते अदालत ये अला हुंदी सी। अमृतसर की संधि 1809 दे विच हुंदी आ। ते किहदे विचाले हुंदी आ बच्चे? उदों गवर्नर जनरल ऑफ इंडिया सर मैटकॉफ सीगा, ते मालवा उन्होंने रख लिया सी, बाकी मतलब कि इधर उधर इन्हां नूं देता सीगा। ते ये चीज़ नूं तुसीं याद रखना। फिर एक 1838 दे विच त्रैपक्षी संधि भी हुंदी आ। ब्रिट्स, अंग्रेज ते शाह सूजा और रंजीत तिन्नां दे विचाले हुंदी है। सो तां करके उहनूं त्रैपक्षी संधि कहा जाता। तो अमृतसर इन्हां ने 1805 दे विच जित्तिया सीगा। कितों जित्तिया सी? माई सुखना तो या फिर माई सुखा तो, जो कि विधवा सी गुलाब सिंह दी। आ चीज़ बच्चे तुहानूं इन्नी क्लीयर आ। बाकी इन्हां दे 12 डिपार्टमेंट सीगे मुख, जिवें कि सरकारी तनख्वाह दे लई दफ्तर मुआवज सीगा, चुंगी कर दे लई दफ्तर सैरात सीगा, ते अपना डेली खर्चे दे लई दफ्तर ये रोज़ नामचा सी। तो बच्चे ये मैं तुहानूं ऑलरेडी डिटेल दे विच चीज़ करवाई भी आ। सो इत्थे करैक्ट आंसर प्रश्न दा महाराजा रणजीत सिंह सी। ते जे अजे तुहानूं इन्हां दा किवें चलिया सिस्टम, दैन पहला बुद्ध सिंह, फिर नौध सिंह, फिर इस तो बाद चड़त सिंह, फिर महा सिंह जो कि महाराजा रणजीत के पिता ने, फिर इदू बाद बच्चे रणजीत सिंह। ठीक है, तो इन्हों चेचक की बीमारी सी। सो एक अख नाल ये सारा इनू देखते सी। आ चीज़ नूं तुसीं इत्थों फैक्ट ने जिहड़े वो याद रख सकते हो। तो बाकी इन्हां दे जफरनामा ए रणजीत सिंह वो किहदे द्वारा लिखा गया? तो वह दीवान अमरनाथ के द्वारा लिखा गया सीगा। आ चीज़ बच्चे तुहानूं क्लीयर आ। बाकी जे अज पग वटा के इन्होंने किहड़ी मिसल दे नाल संधि की? फतेह सिंह आलूवालिया दे नाल इन्होंने पग वटाई सी। ते दूसरा ब्याह किहदे नाल करवाया? 1796 दे विच इन्हां ने कन्हैया मिसल
ਦੇ ਕੌਣ ਸੀ? ਗੁਰਬਖਸ਼ ਸਿੰਘ। ਉਹਨਾਂ ਦੀ ਪਤਨੀ ਸੀ ਸਦਾ ਕੌਰ। ਇਹਨਾਂ ਦੀ ਇੱਕ ਪੁੱਤਰੀ ਮਹਿਤਾਬ ਕੌਰ। ਜੇ ਤੁਹਾਨੂੰ ਆਉਂਦਾ, ਇਹਨਾਂ ਦੀ ਪਤਨੀ ਦਾ ਨਾਮ ਮਹਿਤਾਬ ਕੌਰ ਸੀ। ਕਿਹੜੀ ਮਿਸਲ ਦੀ ਸੀ? ਕਨਈਆ ਮਿਸਲ। ਤੇ ਵਿਆਹ ਕਰਾ ਕੇ ਲਿੰਕ ਉਹਨਾਂ ਦੇ ਨਾਲ ਜੋੜਿਆ ਸੀਗਾ। ਤੇ ਦੂਸਰਾ ਰਾਜ ਕੌਰ ਦੇ ਨਾਲ ਵਿਆਹ ਕਰਵਾਇਆ ਸੀ, ਜੋ ਕਿ ਨਕਈ ਮਿਸਲ ਦੀ ਸੀ। ਕਨਈਆ ਤੇ ਨਕਈ, ਆਪਣਾ ਨਕਈ ਦੋਨੋਂ ਦੇਖੋ ਮਿਲਦੀਆਂ ਜੁਲਦੀਆਂ ਜੇ ਨਾਮ ਨੇ, ਤਾਂ ਇਹਨਾਂ ਦੋਨਾਂ ਦੇ ਨਾਲ ਵਿਆਹ ਵਾਲੇ ਰਿਲੇਸ਼ਨ ਸੀਗੇ ਇਹਨਾਂ ਦੇ। ਤੇ 2 ਗੁਰਦੁਆਰੇ, ਤਖਤ ਸ੍ਰੀ ਪਟਨਾ ਸਾਹਿਬ ਜਿਹੜੇ ਕਿ 10ਵੇਂ ਗੁਰੂ ਦਾ ਜਨਮ ਸਥਾਨ ਆ, ਤੇ ਤਖਤ ਸ੍ਰੀ ਹਜੂਰ ਸਾਹਿਬ ਜਿੱਥੇ 10ਵੇਂ ਗੁਰੂ ਜੋਤੀ ਜੋਤ ਸਮਾਏ ਨੇ, ਉਹਨਾਂ ਦਾ ਨਿਰਮਾਣ ਵੀ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਕਰਵਾਇਆ ਗਿਆ ਸੀਗਾ। ਬਾਕੀ ਹੋਪਸੋ ਬੱਚੇ ਇੰਨੇ ਫੈਕਟ ਤੁਹਾਨੂੰ ਇੱਥੋਂ ਕਲੀਅਰ ਹੋ ਗਏ ਹੋਣਗੇ। ਬਾਕੀ ਜੇ ਕਿਸੇ ਬੱਚੇ, ਵੈਸੇ ਤਾਂ ਤੁਹਾਨੂੰ ਕਿਹੜਾ ਮਰਜ਼ੀ ਐਗਜ਼ਾਮ ਆ, ਠੀਕ ਆ, ਤੁਹਾਡਾ ਪੰਜਾਬ ਲੈਵਲ ਤੱਕ ਤਾਂ ਇੰਨਾ ਫੈਕਟ ਤੁਹਾਨੂੰ ਬਹੁਤ ਨੇ। ਤੇ ਆਪਾਂ ਦੇਖਦੇ ਹਾਂ ਨੈਕਸਟ ਪ੍ਰਸ਼ਨ। ਪੰਜਾਬ ਦੀ ਸਾਇੰਸ ਸਿਟੀ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਤਾਂ ਬੱਚੇ ਸੰਗਰੂਰ, ਰੂਪਨਗਰ, ਕਿਲਾ ਰਾਏਪੁਰਾ ਜਾਂ ਫਿਰ ਕਪੂਰਥਲਾ। ਇਹਦਾ ਕਰੈਕਟ ਆਨਸਰ ਆਪਸ਼ਨ ਡੀ ਕਪੂਰਥਲਾ। ਤਾਂ ਸਾਰੇ ਬੱਚਿਆਂ ਨੂੰ ਹੋਪਸੋ ਇਹਦਾ ਤਾਂ ਕਰੈਕਟ ਆਨਸਰ ਪਤਾ ਹੀ ਹੋਊਗਾ, ਬਟ ਫਿਰ ਵੀ ਕੋਈ ਬੱਚੇ ਇਹੋ ਜਿਹੇ ਹੁੰਦੇ ਆ। ਤਾਂ ਬੱਚੇ ਹੁਣ ਆਪਾਂ ਗੱਲ ਕੀਤੀ ਹੈ ਇੱਥੇ ਜ਼ਿਲ੍ਹਿਆਂ ਦੀ, ਤਾਂ ਹੁਣ ਪੰਜਾਬ ਦੇ ਵਿੱਚ ਮੌਜੂਦਾ ਜ਼ਿਲ੍ਹੇ ਕਿੰਨੇ ਨੇ? ਪਹਿਲਾਂ ਆਪਾਂ 22 ਜ਼ਿਲ੍ਹੇ ਲਾਉਂਦੇ ਸੀ, ਬਟ ਹੁਣ ਆਪਾਂ 23 ਜ਼ਿਲ੍ਹੇ ਲਾਉਂਦੇ ਆ। ਤੇ ਇੱਕ ਤੁਸੀਂ ਦੱਸਣਾ ਵੀ ਜਿਹੜਾ ਨਵਾਂ ਜ਼ਿਲ੍ਹਾ ਬਣਿਆ ਉਹ ਮਾਝਾ, ਦੁਆਬਾ ਜਾਂ ਫਿਰ ਮਾਲਵਾ। ਤਾਂ ਇਹਨਾਂ ਦੇ ਵਿੱਚੋਂ ਕਿਹੜੇ ਰੀਜਨ ਦੇ ਵਿੱਚ ਨਵਾਂ ਜ਼ਿਲ੍ਹਾ ਬਣਿਆ, ਤੇ ਉਸ ਜ਼ਿਲ੍ਹੇ ਦਾ ਨਾਮ ਤੁਸੀਂ ਕਮੈਂਟ ਕਰਕੇ ਦੱਸਣਾ। ਇਹ ਚੀਜ਼ ਨੂੰ ਇੱਥੋਂ ਨੋਟ ਕਰ ਲਓ। ਤੇ ਇੱਕ ਜੇ ਤੁਸੀਂ ਐਸ ਰੂਟ ਮੈਪ ਦਾ ਆਪਣਾ ਧਿਆਨ 'ਚ ਰੱਖਣਾ, ਪੰਜਾਬ ਦਾ ਮੈਪ ਜਦੋਂ ਬਣਾਉਣਾ, ਇੱਕ ਟ੍ਰਾਇੰਗਲ ਵੱਡੀ ਬਣਾਉਣੀ ਆ, ਫਿਰ ਇਸ ਲੋਟ ਇੱਕ ਲਾਈਨ ਮਾਰਨੀ ਆ, ਇਸ ਲੋਟ ਇੱਕ ਲਾਈਨ ਮਾਰਨੀ ਆ। ਇੱਧਰਲੀ ਸਾਈਡ ਬੱਚੇ ਤੁਸੀਂ ਲਾਉਣਾ ਮਾਝਾ, ਇੱਧਰਲੀ ਸਾਈਡ ਤੁਸੀਂ ਲਾਉਣਾ ਦੁਆਬਾ, ਤੇ ਨੀਚੇ ਵਾਲੀ ਸਾਈਡ ਤੇ ਲਾਉਣਾ ਮਾਲਵਾ। ਠੀਕ ਹੈ। ਤੇ ਜਿਹੜਾ ਮਾਲਵਾ, ਇਹ ਦੇਖੋ ਦੇਖਣ ਨੂੰ ਹੀ ਸਾਰਿਆਂ ਨੂੰ ਵੱਡੀ ਬੈਲਟ ਲੱਗਦੀ ਹੈ। ਸੋ ਜੇ ਅੱਜ ਤੁਹਾਨੂੰ ਸਾਰਿਆਂ ਨੂੰ ਵੱਡੀ ਬੈਲਟ ਕਿਹੜੀ ਆ? ਮਾਲਵਾ। ਤੇ ਦੁਆਬਾ 'ਚ ਕਿੰਨੇ ਜ਼ਿਲ੍ਹੇ ਨੇ? 4 ਜ਼ਿਲ੍ਹੇ ਨੇ। ਇਹਦੇ 'ਚ ਕਿੰਨੇ ਜ਼ਿਲ੍ਹੇ ਆ? 4 ਜ਼ਿਲ੍ਹੇ ਆ। ਤੇ ਥੋੜਾ ਜਿਹਾ ਜੇ ਬੱਚੇ ਦਿਮਾਗ ਲਾ ਲਓਗੇ ਤੁਸੀਂ, ਤਾਂ ਤੁਹਾਨੂੰ ਇੱਥੋਂ ਇੱਕ ਚੀਜ਼ ਦਾ ਆਨਸਰ ਮੈਂ ਤੁਹਾਨੂੰ ਆਲਰੇਡੀ ਦੇਤਾ। ਠੀਕ ਹੈ। ਤਾਂ ਚੀਜ਼ ਨੂੰ ਯਾਦ ਰੱਖਣਾ। ਜੇ ਤੁਹਾਨੂੰ ਅਜੇ ਪਾਕਿਸਤਾਨ ਕਿਹੜੀ ਸਾਈਡ ਲੱਗਦਾ, ਉਹ ਆਪਾਂ ਨੂੰ ਮਾਝੇ ਵਾਲੀ ਸਾਈਡ ਤੇ ਲੱਗਦਾ। ਦੁਆਬਾ ਕਿਉਂ ਕਹਿੰਦੇ ਆ? ਕਿਉਂਕਿ 2 ਨਦੀਆਂ ਇੱਥੋਂ ਦੀ ਵਹਿੰਦੀਆਂ ਨੇ, 2 ਨਦੀਆਂ ਦੇ ਵਿਚਾਲ ਦਾ ਏਰੀਆ। ਸੋ 2 ਪਾਣੀਆਂ ਦੇ ਵਿਚਾਲ ਦੇ ਏਰੀਆ ਨੂੰ ਅਸੀਂ ਕਹਿੰਦੇ ਆ ਦੁਆਬਾ। ਆਹ ਚੀਜ਼ ਕਲੀਅਰ ਹੈ? ਚਲੋ ਵੀ ਠੀਕ ਹੈ। ਹੁਣ ਆਪਾਂ ਪੰਜਾਬ ਦੇ ਬਾਰੇ ਗੱਲ ਕਰੀ, ਤੇ ਪੰਜਾਬ ਦੀ ਫਾਰਮੇਸ਼ਨ ਕਦੋਂ ਹੁੰਦੀ ਆ? 1 ਨਵੰਬਰ 1966 ਨੂੰ ਹੁੰਦੀ ਆ। ਉਦੋਂ ਹੀ ਸਾਡੇ ਚੋਂ ਹਰਿਆਣਾ, ਹਿਮਾਚਲ ਇਹ ਮਤਲਬ ਕਿ ਸੈਪਰੇਟ ਕੀਤੇ ਗਏ ਸੀਗੇ। ਇਹ ਚੀਜ਼ ਨੂੰ ਵੀ ਤੁਸੀਂ ਇੱਥੋਂ ਧਿਆਨ 'ਚ ਰੱਖਣਾ। ਤੇ ਪੰਜਾਬ ਦੀ ਜਿਹੜੀ ਕੈਪੀਟਲ ਆ ਬੱਚੇ, ਉਹ ਕਿਹੜੀ ਆ? ਚੰਡੀਗੜ੍ਹ। ਤੇ ਚੰਡੀਗੜ੍ਹ ਜੀਕੇ ਬਾਰੇ ਆਲਰੇਡੀ ਚੈਨਲ ਤੇ ਆਪਾਂ ਪੂਰੀ ਡਿਟੇਲ ਦੇ ਵਿੱਚ ਵੀਡੀਓ ਕਵਰ ਕੀਤੀ ਹੋਈ ਆ, ਉਹਨੂੰ ਵੀ ਦੇਖ ਲਿਓ। ਪੰਜਾਬ ਤੇ ਹਰਿਆਣਾ ਦੀ ਕੈਪੀਟਲ ਆਪਣਾ ਉਹ ਆ, ਤੇ ਆਪਣਾ ਕੀ ਕਹਿੰਦੇ ਹਾਈ ਕੋਰਟ। ਠੀਕ ਹੈ। ਤੇ ਹਾਈ ਕੋਰਟ ਵੀ ਆਪਣੀ ਸਾਂਝੀ ਆ ਦੋਨਾਂ ਦੀ। ਠੀਕ ਹੈ। ਆਹ ਚੀਜ਼ ਨੂੰ ਵੀ ਤੁਸੀਂ ਧਿਆਨ 'ਚ ਰੱਖਣਾ। ਤੇ ਇਸ ਤੋਂ ਬਾਅਦ ਬੱਚੇ ਪੰਜਾਬ ਦੇ ਵਿੱਚ ਡਿਵੀਜ਼ਨਾਂ ਕਿੰਨੀਆਂ ਨੇ? ਤਾਂ ਡਿਵੀਜ਼ਨਾਂ ਹੈਗੀਆਂ ਨੇ ਸਾਡੇ ਪੰਜਾਬ ਦੇ ਵਿੱਚ 5 ਡਿਵੀਜ਼ਨਾਂ ਨੇ। ਜੇ ਤੁਹਾਨੂੰ ਅਜੇ ਕਿਹੜੀਆਂ ਨੇ, ਇੱਕ ਡਿਵੀਜ਼ਨ ਦਾ ਨਾਮ ਲਾਉਂਗੇ ਜਲੰਧਰ, ਤੇ ਦੂਸਰੀ ਹੈਗੀ ਆ ਰੋਪੜ, ਤੇ ਇੱਕ ਲਾਉਂਗੇ ਫਰੀਦਕੋਟ। ਠੀਕ ਹੈ। ਫਿਰ ਲਾਉਂਗੇ ਫਿਰੋਜ਼ਪੁਰ, ਫਿਰ ਇੱਕ ਲਾਉਂਗੇ ਤੁਸੀਂ ਪਟਿਆਲਾ। ਆਹ ਚੀਜ਼ ਨੂੰ ਯਾਦ 'ਚ ਰੱਖਣਾ। ਤੇ ਜਲੰਧਰ ਦੇ ਵਿੱਚ ਜਿਵੇਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਉਹ ਹੋ ਗਏ। ਰੋਪੜ ਵਾਲੀ ਸਾਈਡ ਦੇ ਨਵਾਂ ਸ਼ਹਿਰ, ਜਿਹਨੂੰ ਕਿ ਸ਼ਹੀਦ ਭਗਤ ਸਿੰਘ ਨਗਰ, ਤੇ ਰੂਪਨਗਰ, ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮਹਾੜੀ, ਇਹ ਪੈ ਜਾਂਦੇ ਆ। ਤੇ ਪਟਿਆਲੇ 'ਚ ਲੁਧਿਆਣਾ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ ਤੇ ਸੰਗਰੂਰ। ਇਹ ਚੀਜ਼ ਯਾਦ ਰੱਖਣੀ ਆ। ਫਿਰ ਬਾਕੀ ਬੱਚੇ ਜਿਵੇਂ ਫਤਿਹਗੜ੍ਹ ਸਾਹਿਬ ਆ, ਉਹ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਮ ਤੇ ਆ। ਪਟਿਆਲਾ ਬਾਬਾ ਆਲਾ ਸਿੰਘ ਦੇ ਨਾਮ ਤੇ ਆ। ਬਰਨਾਲਾ ਬਾਬਾ ਆਲਾ ਸਿੰਘ ਦੇ ਨਾਮ ਤੇ ਆ। ਜਿਨ੍ਹਾਂ ਦੇ ਨਾਲ ਪਿੱਛੇ ਆਲਾ ਜਾਂ ਫਿਰ ਨਾਲਾ ਲੱਗਦਾ, ਬਰਨਾਲਾ ਤੇ ਪਟਿਆਲਾ, ਇਹ ਦੋਨੋਂ ਹੀ ਬਾਬਾ ਆਲਾ ਸਿੰਘ ਦੇ ਨਾਮ ਤੇ ਨੇ। ਤੇ ਲੁਧਿਆਣਾ ਲੋਧੀ ਖਾਨਦਾਨ ਦੇ ਯੂਸਫ ਖਾਨ ਦੇ ਨਿਹੰਗ ਸਿੰਘ ਖਾਨ ਦੇ ਨਾਮ ਤੋਂ ਵਜਾ, ਮਤਲਬ ਲੋਧੀਆਂ ਦੇ ਦੁਆਰਾ ਹੀ ਸੀ ਕਹਿਣ ਤੋਂ ਭਾਵ ਇਹ। ਤੇ ਲੋਧੀ ਵੰਸ਼ ਕਿਹੜਾ ਸੀਗਾ? ਦਿੱਲੀ ਸਲਤਨਤ ਦੇ ਵਿੱਚ ਇੱਕ ਵੰਸ਼ ਸੀਗਾ। ਇਹਨੂੰ ਵੀ ਤੁਸੀਂ ਯਾਦ ਰੱਖਣਾ। ਤੇ ਇਹ ਤੋਂ ਬਾਅਦ ਜਿਹੜਾ ਮੁਕਤਸਰ ਹੈ, ਉਹਦਾ ਪਹਿਲਾਂ ਉਹਨੂੰ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ, 40 ਮੁਕਤਿਆਂ ਦੇ ਨਾਮ ਤੇ ਆ। ਤੇ ਫਿਰੋਜ਼ਪੁਰ ਆ, ਫਿਰੋਜ਼ ਸ਼ਾਹ ਤੁਗਲਕ ਦੇ ਨਾਮ ਤੇ ਆ। ਫਰੀਦਕੋਟ ਦਾ ਪਹਿਲਾ ਨਾਮ ਸੀਗਾ ਬੱਚੇ ਮੁੱਖ ਲਹਰ। ਠੀਕ, ਬਸ ਇੰਨੇ ਯਾਦ ਰੱਖਣਾ। ਤੇ ਜਲੰਧਰ ਆ ਜਿਹੜਾ, ਉਹ ਇੱਕ ਰਾਖਸ ਦੇ ਨਾਮ ਤੇ ਆ। ਠੀਕ ਹੈ। ਕਪੂਰਥਲਾ ਰਾਣਾ ਕਪੂਰ ਦੇ ਨਾਮ ਤੇ। ਤਰਨਤਾਰਨ ਗੁਰੂ ਅਰਜਨ ਦੇਵ, ਤੇ ਗੁਰਦਾਸਪੁਰ ਗੁਰੀਆ ਜੀ, ਅੰਮ੍ਰਿਤਸਰ ਗੁਰੂ ਰਾਮਦਾਸ ਜੀ। ਆਹ ਚੀਜ਼ ਹੋਪਸੋ ਤੁਹਾਨੂੰ ਇੱਥੋਂ ਕਲੀਅਰ ਹੋ ਗਈ ਹੋਊਗੀ। ਬਾਕੀ ਜੇ ਤੁਹਾਨੂੰ ਅਜੇ ਵੀ ਪੰਜਾਬ ਦੇ ਵਿੱਚ ਐਮਰਜੈਂਸੀ ਆਪਣਾ ਰਾਸ਼ਟਰਪਤੀ ਸ਼ਾਸਨ ਕਿੰਨੇ ਵਾਰੀ ਲੱਗਿਆ? ਕੁੱਲ 8 ਵਾਰੀ ਲੱਗਿਆ। ਇਹ ਚੀਜ਼ ਨੂੰ ਵੀ ਯਾਦ ਰੱਖਣਾ, ਜਿਹੜਾ ਕਿ ਹਾਲੇ ਤੱਕ ਸਭ ਤੋਂ ਜ਼ਿਆਦਾ ਵਾਰੀ ਆ। ਠੀਕ ਹੈ ਬੱਚੇ। ਤੇ ਹੋਪਸੋ ਤੁਹਾਨੂੰ ਇੰਨੀਆਂ ਫੈਕਟ ਇਹ ਕਲੀਅਰ ਹੋ ਗਏ ਹੋਣਗੇ। ਤੇ ਆਜ਼ਾਦੀ ਵੇਲੇ ਕਸ਼ਮੀਰ ਦਾ ਸ਼ਾਸਕ ਕੌਣ ਸੀਗਾ? ਹਰੀ ਸਿੰਘ ਸੀਗਾ। ਪੰਜਾਬ ਦਾ ਕਿਹੜਾ ਇਕਲੌਤਾ ਜ਼ਿਲ੍ਹਾ ਜਿਹਨੂੰ ਕੋਈ ਹੋਰ ਜ਼ਿਲ੍ਹਾ 2 ਹਿੱਸਿਆਂ ਦੇ ਵਿੱਚ ਵੰਡਦਾ? ਤਾਂ ਉਹਦਾ ਆਨਸਰ ਵੀ ਹੋ ਜਾਊਗਾ ਕਪੂਰਥਲਾ। ਤਾਂ ਕਪੂਰਥਲਾ ਬੱਚੇ ਪੰਜਾਬ ਦਾ ਇਹ ਜ਼ਿਲ੍ਹਾ ਜਿਹਨੂੰ ਕੋਈ ਹੋਰ ਜ਼ਿਲ੍ਹਾ 2 ਹਿੱਸਿਆਂ 'ਚ ਵੰਡਦਾ। ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਕਿਹੜਾ ਜ਼ਿਲ੍ਹਾ ਇਹੋ ਜਿਹਾ ਹੈਗਾ ਜਿਹੜਾ ਕਪੂਰਥਲਾ ਨੂੰ 2 ਹਿੱਸਿਆਂ ਦੇ ਵਿੱਚ ਵੰਡਦਾ ਹੈ। ਤੇ ਕਿਲਾ ਰਾਏਪੁਰ ਆਪਸ਼ਨ ਦੇ ਵਿੱਚ ਆਪਾਂ ਨੂੰ ਨੈਕਸਟ ਪ੍ਰਸ਼ਨ ਦੇ ਨਾਲ ਦੇਖ ਲੈਂਦੇ ਹਾਂ। ਸੋ ਇਹਦੇ ਨਾਲ ਆਪਣੇ ਕੀ ਫੈਕਟ ਨੇ ਜਿਹੜੇ ਉਹ ਜੁੜਦੇ ਨੇ। ਹੋਪਸੋ ਤੁਹਾਨੂੰ ਇੰਨੇ ਫੈਕਟ ਬੱਚੇ ਇੱਥੋਂ ਕਲੀਅਰ ਹੋ ਗਏ ਹੋਣਗੇ। ਠੀਕ ਹੈ। ਚਲੋ ਫਿਰ ਹੁਣ ਆਪਾਂ ਅਗਲੇ ਪ੍ਰਸ਼ਨ ਤੇ ਚੱਲੀਏ। ਚਲੋ ਵੀ, ਜੇ ਬੱਚੇ ਵੀਡੀਓ ਲਾਈਕ ਨਹੀਂ ਕਰੀ ਦੈਨ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਠੀਕ ਹੈ।
ਮੁਹੰਮਦ ਬਿਨ ਕਾਸਿਮ ਨੇ ਪੰਜਾਬ ਤੇ ਹਮਲਾ ਕਦੋਂ ਕੀਤਾ ਸੀ? 6ਵੀਂ ਸਦੀ, 7ਵੀਂ, 8ਵੀਂ, 9ਵੀਂ ਸਦੀ, ਕਿਹੜੀ ਸਦੀ ਦੇ ਵਿੱਚ ਕੀਤਾ ਸੀ? ਤਾਂ ਇਹਦਾ ਬੱਚੇ ਕਰੈਕਟ ਆਨਸਰ ਹੈ ਆਪਸ਼ਨ ਸੀ 8ਵੀਂ ਸਦੀ ਦੇ ਵਿੱਚ ਕੀਤਾ ਸੀ। ਕਦੋਂ ਕੀਤਾ ਸੀ? 711 ਈਸਵੀ ਨੂੰ ਕੀਤਾ ਸੀਗਾ। ਤੇ ਕਿਹਦੇ ਕਹਿਣ ਤੇ ਕੀਤਾ ਸੀ? ਅਲ ਹਜਾਜ਼ ਤੇ। ਬੱਚੇ ਇਹ ਵੀ ਮੈਂ ਤੁਹਾਨੂੰ ਹਿਸਟਰੀ ਵਾਲੀ ਦੇ ਵਿੱਚ ਪੂਰੀ ਡਿਟੇਲ ਨਾਲ ਕਰਵਾਇਆ ਵਾ ਕਿਉਂ ਹਮਲਾ ਕੀਤਾ, ਕੀ ਰਿਜ਼ਲਟ ਆਏ ਸੀ। ਅਲ ਹਜਾਜ਼ ਦੇ ਕਹਿਣ ਤੇ ਕੀਤਾ ਸੀ। ਕਿਹਨੇ ਕੀਤਾ ਸੀ? ਆਪਣਾ ਮੁਹੰਮਦ ਬਿਨ ਕਾਸਿਮ ਨੇ ਕੀਤਾ ਸੀਗਾ। ਤੇ ਕਿਹਦੇ ਉੱਤੇ ਕੀਤਾ ਸੀ? ਇੱਕ ਹਿੰਦੂ ਰਾਜਾ ਸੀ ਜਿਹਦਾ ਨਾਮ ਸੀ ਦਾਹਰ, ਤੇ ਇਹਦੀ ਕੈਪੀਟਲ ਸੀਗੀ ਇੱਕ ਦੇਵਲ, ਤੇ ਦੇਵਲ ਕੀ ਸੀਗਾ? ਪੋਰਟ ਸਿਟੀ। ਤਾਂ ਇੱਥੋਂ ਇਹਨੇ ਕੀ ਕਰਿਆ ਸੀ? ਦਾਹਿਰ ਨੇ ਇੱਕ ਇਹਨਾਂ ਦੀ ਮਤਲਬ ਸ਼ਿਪ ਸੀਗੀ ਜਿਹੜੀ ਉਹ ਲੁੱਟ ਲਈ, ਤੇ ਅਲ ਹਜਾਜ਼ ਨੇ ਕਿਹਾ ਵੀ ਤੂੰ ਭਰਪਾਈ ਕਰ ਦੇ। ਦਾਹਿਰ ਮਨਾ ਕਰਤਾ। ਦਾਹਿਰ ਨੇ ਕਹਿੰਦਾ ਵੀ ਮੈਂ ਭਰਪਾਈ ਨਹੀਂ ਕਰਨੀ। ਸੋ ਅਲ ਹਜਾਜ਼ ਨੇ ਮੁਹੰਮਦ ਬਿਨ ਕਾਸਿਮ ਨੂੰ ਇੱਥੇ ਹਮਲਾ ਕਰਨ ਦੇ ਲਈ ਭੇਜਤਾ। ਤੇ ਪਹਿਲਾ ਇਹ ਫਸਟ ਅਰਬ ਅਟੈਕ ਸੀਗਾ ਆਪਣੇ ਇੰਡੀਆ ਦੇ ਉੱਪਰ, ਠੀਕ ਹੈ। ਉਦੋਂ ਮਤਲਬ ਸਿੰਧ ਵਾਲੀ ਸਾਈਡ ਤੱਕ ਇਹ ਪੂਰਾ ਸੀਗਾ ਜਿਹੜੀ ਇਹਦੀ ਬਾਉਂਡਰੀ ਲੱਗਦੀ ਸੀ। ਤੇ ਦੋ ਪੁੱਤਰੀਆਂ ਸੀਗੀਆਂ ਇਹਦੀਆਂ, ਉਹਨਾਂ ਨੂੰ ਇਹ ਅਗਵਾ ਕਰਕੇ ਨਾਲ ਲੈ ਗਿਆ ਸੀਗਾ, ਰਾਜੇ ਨੂੰ ਸੌਂਪਤੀਆਂ। ਤੇ ਉਹਨਾਂ ਨੇ ਜਾ ਕੇ ਰਾਜੇ ਨੂੰ ਭੜਕਾਤਾ ਤੇ 2 ਸਾਲ ਬਾਅਦ ਦੁਬਾਰਾ ਵਾਪਸ ਬੁਲਵਾ ਕੇ ਮੁਹੰਮਦ ਬਿਨ ਕਾਸਿਮ ਨੂੰ ਉਹਨੇ ਮੌਤ ਦੀ ਸਜ਼ਾ ਸੁਣਾਤੀ ਸੀ। ਆਹ ਚੀਜ਼ ਨੂੰ ਬੱਚੇ ਯਾਦ ਰੱਖਣਾ। ਬਾਕੀ ਅਰਬੀ ਲੋਕ ਹੀ ਆਪਣੇ ਖਾਸਾ ਕੁਛ ਸੀਗੇ ਜਿਹੜੇ ਲੈ ਕੇ ਆਏ ਨੇ, ਉਹ ਵੀਡੀਓ ਨੂੰ ਇੱਕ ਵਾਰੀ ਤੁਸੀਂ ਜਿਹਨੇ ਨਹੀਂ ਦੇਖਿਆ ਉਹਨੂੰ ਜ਼ਰੂਰ ਦੇਖ ਲਿਓ। ਤਾਂ ਇਸੇ ਪ੍ਰਸ਼ਨ ਦੇ ਨਾਲ ਆਪਾਂ ਹੋਰ ਦੇਖ ਲੈਂਦੇ ਹਾਂ। ਤੇ ਫਸਟ ਬੈਟਲ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੁੰਦੀ ਆ? ਇਹ ਹੁੰਦੀ ਆ 1526 ਦੇ ਵਿੱਚ। ਫਿਰ ਹੁੰਦਾ ਕਿਹਦੇ ਵਿਚਾਲੇ ਹੁੰਦੀ ਆ? ਬਾਬਰ ਐਂਡ ਇਬਰਾਹਿਮ ਲੋਧੀ, ਕਿਉਂਕਿ ਪਹਿਲਾਂ ਵਾਲੇ ਪ੍ਰਸ਼ਨ 'ਚ ਲੁਧਿਆਣੇ ਦੇ ਨਾਲ ਆਪਾਂ ਲੋਧੀ ਵੰਸ਼ ਦੇਖ ਕੇ ਹਟੇ ਹਾਂ, ਤੇ ਇਹਦੇ 'ਚ ਜਿੱਤਦਾ ਕੌਣ ਆ? ਬਾਬਰ। ਇਬਰਾਹਿਮ ਲੋਧੀ ਹਾਰ ਜਾਂਦਾ। ਇਹਦੇ 'ਚ ਬੱਚੇ ਮਤਲਬ ਕੀ ਸੀਗਾ? ਇਹਨੇ ਤੁਲਗਮਾ ਨੀਤੀ ਅਪਣਾਈ ਸੀਗੀ। ਤੇ ਜੇ ਤੁਹਾਨੂੰ ਅਜੇ ਤੋਪਾਂ ਦੀ ਵਿਧੀ ਕਿਹੜੀ ਸੀ? ਤੋਪਾਂ ਦੀ ਰੂਮੀ, ਤੇ ਇੱਕ ਵਿਧੀ ਹੋਰ ਸੀ ਬੱਚੇ, ਉਹ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਇਹ ਵਿਧੀ ਅਪਣਾਈ ਗਈ ਸੀ ਬਾਬਰ ਦੇ ਦੁਆਰਾ। ਇੰਪੋਰਟੈਂਟ ਕਿਉਂ ਆ? ਕਿਉਂਕਿ ਇਸ ਤੋਂ ਬਾਅਦ ਬਾਬਰ ਹੈ ਜੋ ਉਹ ਆਪਣੇ ਭਾਰਤ ਦੇ ਵਿੱਚ ਮੁਗਲ ਅੰਪਾਇਰ ਦੀ ਸਥਾਪਨਾ ਕਰ ਦੇਗਾ। ਮੁਗਲ ਅੰਪਾਇਰ ਦੀ ਸਥਾਪਨਾ ਕਿਹਨੇ ਕੀਤੀ ਸੀ? ਬਾਬਰ ਨੇ। ਕਿਹੜੇ ਯੁੱਧ ਤੋਂ ਬਾਅਦ? 1526 ਦੇ ਵਿੱਚ ਪਾਣੀਪਤ ਦਾ ਪਹਿਲਾ ਯੁੱਧ ਹੋਇਆ ਸੀ, ਉਹ ਤੋਂ ਬਾਅਦ ਕੀਤੀ ਸੀ। ਇੱਕ 1191, 1192, ਇਹਨਾਂ ਨੂੰ ਕਿਹਾ ਜਾਂਦਾ ਬੱਚੇ ਤਰਾਇਨ ਦੀਆਂ ਲੜਾਈਆਂ। 1191 ਦੇ ਵਿੱਚ ਤਰਾਇਨ ਦਾ ਫਸਟ ਯੁੱਧ ਹੁੰਦਾ, ਤੇ 92 ਦੇ ਵਿੱਚ ਸੈਕੰਡ ਬੈਟਲ ਆਫ ਤਰਾਇਨ ਹੁੰਦੀ ਆ। ਤੇ ਇਹ ਕਿਹਦੇ ਵਿਚਾਲੇ ਹੁੰਦੀ ਆ? ਪ੍ਰਿਥਵੀ ਰਾਜ ਚੌਹਾਨ ਤੇ ਗੌਰੀ ਦੇ ਵਿਚਾਲੇ ਹੁੰਦੀ ਆ। ਪਹਿਲੇ 'ਚ ਪ੍ਰਿਥਵੀ ਰਾਜ ਚੌਹਾਨ ਜਿੱਤਦਾ ਤੇ ਗੌਰੀ ਨੂੰ ਛੱਡ ਦਿੰਦਾ। ਦੂਸਰੀ ਵਾਰੀ ਗੌਰੀ ਫੇਰ ਆਉਂਦਾ, ਕਹਿੰਦਾ ਹੁੰਦਾ ਵੀ ਸੰਧੀ ਕਰਨ ਲਈ ਵਗੈਰਾ ਲਈ ਆਉਂਦੇ ਆ, ਬਟ ਇੱਥੇ ਧੋਖੇ ਨਾਲ ਹਮਲਾ ਕਰਕੇ ਤੇ ਇੱਥੋਂ ਪ੍ਰਿਥਵੀ ਰਾਜ ਚੌਹਾਨ ਨੂੰ ਮਤਲਬ ਕਿ ਕਿਡਨੈਪ ਕਰਕੇ ਉੱਥੇ ਲੈ ਜਾਂਦਾ। ਇਹ ਤੋਂ ਬਾਅਦ ਜਦੋਂ ਉਹਦੇ ਹੱਥ ਪੈਰ ਬੰਨੇ ਹੁੰਦੇ ਆ ਤਾਂ ਉਹ ਮਤਲਬ ਕਿ ਪ੍ਰਿਥਵੀ ਰਾਜ ਚੌਹਾਨ ਨੂੰ ਕਹਿੰਦਾ ਗਾ ਕਿ ਆਪਣੀਆਂ ਅੱਖਾਂ ਨੀਵੀਆਂ ਕਰ। ਪ੍ਰਿਥਵੀ ਰਾਜ ਕਹਿੰਦਾ ਵੀ ਅੱਖਾਂ ਨੀਵੀਆਂ ਨਹੀਂ ਹੋ ਸਕਦੀਆਂ, ਤੇ ਉਹਦੀਆਂ ਅੱਖਾਂ ਕਢਵਾ ਦਿੰਦਾ ਪ੍ਰਿਥਵੀ ਰਾਜ ਚੌਹਾਨ ਦੀਆਂ ਗੌਰੀ, ਠੀਕ ਹੈ। ਤੇ ਇਸ ਤੋਂ ਬਾਅਦ ਫਿਰ ਇਹਦਾ ਇੱਕ ਦਰਬਾਰੀ ਕਵੀ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਆਪਣਾ, ਮੇਰੇ ਨਾਮ ਬੱਚੇ ਦਿਮਾਗ 'ਚੋਂ ਨਹੀਂ ਆ ਰਿਹਾ ਉਹਦਾ, ਚੰਦਬਰਦਈ, ਠੀਕ ਹੈ। ਉਹਦਾ ਨਾਮ ਸੀਗਾ ਚੰਦਬਰਦਈ। ਤੇ ਜਿਹਨੂੰ ਕਿ ਉਹ ਮਤਲਬ ਕਿ ਦਰਬਾਰੀ ਕਵੀ ਹੁੰਦਾ, ਉਹਨੂੰ ਬੁਲਾਇਆ ਜਾਂਦਾ। ਉਹ ਇਹਨਾਂ ਨੂੰ ਮਤਲਬ ਕਿ ਕਹਿੰਦਾ ਕਿ ਵੀ ਤੁਸੀਂ ਚਾਹੇ ਅੱਖਾਂ ਕੱਢਤੀਆਂ ਪ੍ਰਿਥਵੀ ਰਾਜ ਚੌਹਾਨ ਦੀਆਂ, ਪਰ ਇਹ ਫਿਰ ਵੀ ਸ਼ਬਦ ਬੇਦੀ ਬਾਣ ਪੜ੍ਹ ਕੇ ਵੀ ਆਪਦਾ ਨਿਸ਼ਾਨਾ ਜੋ ਸਹੀ ਲਾ ਸਕਦਾ। ਤਾਂ ਫਿਰ ਉਹਨੇ ਇੱਕ ਕਵਿਤਾ ਦੇ ਰੂਪ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਸੁਣਾਇਆ ਸੀਗਾ ਕਿਹਨੂੰ? ਪ੍ਰਿਥਵੀ ਰਾਜ ਚੌਹਾਨ ਨੂੰ। ਤੇ ਵੀ ਇੰਨੀ ਦੂਰੀ ਤੇ ਮਤਲਬ ਸੁਲਤਾਨ ਬੈਠਾ, ਏਮ ਆਪਣਾ ਇਹ ਆ। ਤੇ ਉਹਨਾਂ ਨੇ ਫਿਰ ਉਵੇਂ ਉਹ ਸ਼ਬਦਾਂ ਤੋਂ ਸੁਣ ਕੇ ਹੀ ਆਪਦਾ ਟਾਰਗੇਟ ਪੂਰਾ ਏਮ ਬਣਾ ਕੇ ਤੇ ਉਹਦੇ ਤੇ ਤੀਰ ਮਾਰ ਕੇ ਮਤਲਬ ਕਿ ਮਾਰਤਾ ਸੀ ਉਹਨਾਂ ਨੂੰ, ਠੀਕ ਹੈ। ਆਹ ਚੀਜ਼ ਨੂੰ ਬੱਚੇ ਤੁਸੀਂ ਧਿਆਨ 'ਚ ਰੱਖਣਾ, ਠੀਕ ਹੈ। ਤੇ ਹੋਪਸੋ ਤੁਹਾਨੂੰ ਇੰਨੇ ਫੈਕਟ ਇੱਥੋਂ ਕਲੀਅਰ ਹੋ ਗਏ ਹੋਣਗੇ। ਬਾਕੀ ਬੱਚੇ ਜੇ ਕਿਸੇ ਬੱਚੇ ਦਾ ਫਿਰ ਵੀ ਕੋਈ ਡਾਊਟ ਰਹਿੰਦਾ ਨਾ, ਦੈਨ ਤੁਸੀਂ ਕਮੈਂਟ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਹੋ। ਪੇਂਡੂ ਓਲੰਪਿਕ ਖੇਡਾਂ ਪੰਜਾਬ ਦੇ ਵਿੱਚ ਕਿੱਥੇ ਆਯੋਜਿਤ ਕੀਤੀਆਂ ਜਾਂਦੀਆਂ? ਜਲੰਧਰ, ਹੁਸ਼ਿਆਰਪੁਰ, ਕਿਲ੍ਹਾ ਰਾਏਪੁਰ, ਕੋਈ ਨਹੀਂ। ਤਾਂ ਇਹਦਾ ਕਰੈਕਟ ਆਨਸਰ ਆਪਸ਼ਨ ਸੀ ਕਿਲ੍ਹਾ ਰਾਏਪੁਰ। ਹੁਸ਼ਿਆਰਪੁਰ ਦੇ ਵਿੱਚ ਸਾਖਰਤਾ ਹੈ ਜੋ ਸਾਰਿਆਂ ਨੂੰ ਜ਼ਿਆਦਾ ਆਪਣੇ ਪੜ੍ਹੇ ਲਿਖੇ ਹੁਸ਼ਿਆਰਪੁਰ ਦੇ ਵਿੱਚ ਨੇ। ਤੇ ਜਲੰਧਰ ਦੇ ਵਿੱਚ ਕੀ ਆ ਬੱਚੇ? ਖੇਡਾਂ ਦਾ ਸਮਾਨ ਹੈ ਜੋ ਬਣਾਇਆ ਜਾਂਦਾ ਸਭ ਤੋਂ ਜ਼ਿਆਦਾ। ਆਹ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਗਾ। ਹੋਪਸੋ ਤੁਹਾਨੂੰ ਇੰਨੇ ਫੈਕਟ ਇੱਥੋਂ ਕਲੀਅਰ ਹੋ ਗਏ ਹੋਣਗੇ। ਤਾਂ ਇਹਦੇ ਨਾਲ ਹੀ ਬੱਚੇ ਆਪਾਂ ਦੇਖ ਲੈਂਦੇ ਹਾਂ ਵੀ ਪੰਜਾਬ ਸੀਮਾ ਕਮਿਸ਼ਨ 1947। ਤਾਂ ਇਹਦਾ ਜਿਹੜਾ ਚੇਅਰਮੈਨ ਸੀ ਉਹ ਕੌਣ ਸੀ? ਸਰ ਸਿਰਲ ਰੈਡਕਲਿਫ ਸੀਗਾ, ਠੀਕ ਹੈ। ਇਹ ਵੀ ਯਾਦ ਰੱਖਣਾ। ਤੇ ਇਹਦਾ ਉਦੇਸ਼ ਕੀ ਸੀਗਾ? ਵੀ 2 ਟੁਕੜਿਆਂ ਦੀ ਹੱਦਾਂ ਦੀ ਨਿਸ਼ਾਨਦੇਹੀ ਕਰਨ ਦੇ ਲਈ ਸੀ। 5 ਬੰਦੇ ਇਹਦੇ 'ਚ ਸੀਗੇ, ਠੀਕ ਹੈ। ਤੇ ਮੈਂਬਰ ਕਿਹੜੇ ਸੀ? ਸਰ ਸਿਰਲ ਰੈਡਕਲਿਫ ਹੋ ਗਿਆ, ਜਸਟਿਸ ਦੀਨ ਮੁਹੰਮਦ, ਜਸਟਿਸ ਮੁਹੰਮਦ ਮਨੀਰ, ਜਸਟਿਸ ਮੇਹਰ ਚੰਦ ਮਹਾਜਨ, ਜਸਟਿਸ ਤੇਜਾ ਸਿੰਘ। ਮਤਲਬ ਸਾਰੇ ਪੜ੍ਹੇ ਲਿਖੇ ਐਜੂਕੇਟਡ ਜੱਜ ਟਾਈਪ ਦੇ ਬੰਦੇ ਸੀਗੇ। ਪੰਜਾਬ ਦੀ ਵੰਡ, ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੇ ਵਿੱਚ ਕਿੰਨੇ ਪ੍ਰਤੀਸ਼ਤ ਖੇਤਰ ਪੱਛਮੀ ਪੰਜਾਬ ਹੁਣ ਪਾਕਿਸਤਾਨ ਨੂੰ ਵਿੱਚ ਮਿਲਿਆ? ਤਾਂ ਬੱਚੇ ਇਹ ਚੀਜ਼ ਯਾਦ ਰੱਖਣੀ ਆ। ਤੇ ਪਾਕਿਸਤਾਨ ਨੂੰ ਕਿੰਨਾ % ਦਿੱਤਾ ਗਿਆ ਸੀ? 69%। ਤੇ ਆਪਣੇ ਵਾਲੇ ਹਿੱਸੇ ਪੰਜਾਬ ਆਇਆ ਸੀ ਜਿਹੜਾ, ਉਹ ਸੀਗਾ 31%। ਆਹ ਚੀਜ਼ ਨੂੰ ਤੁਸੀਂ ਯਾਦ ਰੱਖਣਾਗਾ। ਹੋਪਸੋ ਤੁਹਾਨੂੰ ਇੰਨੇ ਫੈਕਟ ਇੱਥੋਂ ਕਲੀਅਰ ਹੋ ਗਏ ਹੋਣਗੇ, ਓਕੇ। ਬਾਕੀ ਜੇ ਤੁਹਾਨੂੰ ਆ ਜਾਏ ਪੈਪਸੂ ਦੀ ਫੁੱਲ ਫਾਰਮ ਕੀ ਹੈ ਬੱਚੇ? ਇਹ ਕੋਈ ਬੱਚਾ ਕਮੈਂਟ ਕਰਕੇ ਦੱਸੇ ਕਿ ਪੈਪਸੂ ਦੀ ਫੁੱਲ ਫਾਰਮ ਕੀ ਹੈ।
ठीक है। बाकी मैं पैप्सू बारे बच्चे पहला थोड़ा ये भी करवाया वा पूरा डिटेल दे विच करवाया गा, बट फिर भी मैं थोड़ा दोबारे भी करवा दूंगा। ठीक है। गुरुद्वारा सुधार लहर ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਉਹਦਾ ਵੀ ਇੱਕ ਯਾਦ ਰੱਖ ਲਿਓ, ਅਕਾਲੀ ਅੰਦੋਲਨ ਕਿਹਾ ਜਾਂਦਾ। ਸਿੱਖ ਲੀਗ ਦੇ ਪਹਿਲੇ ਸੈਸ਼ਨ ਦਾ ਕਦੋਂ ਤੇ ਕਿੱਥੇ ਆਯੋਜਨ ਕੀਤਾ ਗਿਆ ਸੀ? 1919 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ। ਠੀਕ ਹੈ। ਕਿਸ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸਾਰਿਆਂ ਨੂੰ ਲੰਬਾ ਕਾਰਜਕਾਲ ਕੀਤਾ ਹੁਣ ਤੱਕ ਦਾ? ਤਾਂ ਗੁਰਚਰਨ ਸਿੰਘ ਟੌੜਾ। ਤੇ ਜੇ ਫਸਟ ਮਤਲਬ ਕਿ ਇਹਨਾਂ ਦੇ ਵਿੱਚ ਇੱਕ ਵੂਮਨ ਆ ਜੇ ਤਾਂ ਬੀਬੀ ਜਗੀਰ ਕੌਰ ਆ। ਸ਼੍ਰੋਮਣੀ ਕਮੇਟੀ ਦੇ ਪਹਿਲੇ ਚੁਣੇ ਗਏ ਉਪ ਪ੍ਰਧਾਨ ਕੌਣ ਸੀ? ਮਾਸਟਰ ਤਾਰਾ ਸਿੰਘ ਸੀ। ਤੇ ਪਹਿਲਾ ਚੁਣਿਆ ਗਿਆ ਪ੍ਰਧਾਨ ਬਾਬਾ ਖੜਕ ਸਿੰਘ ਸੀ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਠੀਕ ਹੈ। ਤੇ ਪਹਿਲੀਆਂ ਚੋਣਾਂ ਕਦੋਂ ਹੋਈਆਂ ਸੀ? ਉਹਦੀਆਂ 1926 ਦੇ ਵਿੱਚ ਹੋਈਆਂ ਸੀ। ਸ਼੍ਰੋਮਣੀ ਕਮੇਟੀ ਦਾ ਕਾਰਜਕਾਲ ਕਿੰਨਾ? 5 ਸਾਲ। ਤੇ ਨਵੀਂ ਕਮੇਟੀ ਦੇ ਨਿਰਮਾਣ ਤੱਕ ਮਤਲਬ ਕਿ ਉਹ ਕੰਮ ਕਰਦੀ ਆ। ਸਿੱਖ ਗੁਰਦੁਆਰਾ ਐਕਟ ਸੀਗਾ ਜਿਹੜਾ 1925 ਦਾ ਸੀਗਾ ਇਹਨਾਂ ਦਾ। ਆਹ ਚੀਜ਼ ਕਲੀਅਰ ਆ। ਚਲੋ ਭਾਰਤ ਛੱਡੋ ਅੰਦੋਲਨ ਬੱਚੇ ਆਪਾਂ 1942 ਦੇ ਵਿੱਚ ਸੀਗਾ। ਇਹ ਮੈਂ ਤੁਹਾਨੂੰ ਇਹ ਵੀ ਆਪਣਾ ਕੱਲ ਹਿਸਟਰੀ ਵਾਲੀ ਕਲਾਸ ਦੇ ਵਿੱਚ ਇਹ ਚੀਜ਼ ਮੈਂ ਤੁਹਾਨੂੰ ਕਰਵਾਈ ਸੀਗੀ। ਠੀਕ ਹੈ। ਨੈਕਸਟ ਪ੍ਰਸ਼ਨ ਦੇਖਦੇ ਹਾਂ। ਹਰੀ ਕ੍ਰਾਂਤੀ ਦੇ ਪਿਤਾ ਵਜੋਂ ਕਿਹਨੂੰ ਜਾਣਿਆ ਜਾਂਦਾ ਹੈ? ਨਾਰਮਨ ਬੋਰਲੌਗ, ਡਾਕਟਰ ਐਮ ਐਸ ਸਵਾਮੀਨਾਥਨ, ਗੋਪਾਲ ਸਿੰਘ ਖਾਲਸਾ ਜਾਂ ਫਿਰ ਕੋਈ ਨਹੀਂ। ਜੇ ਵਿੱਚ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ। ਜੇ ਸਬਸਕ੍ਰਾਈਬ ਨਹੀਂ ਕਰਿਆ ਨਾ ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀ ਵੀਡੀਓ ਨੂੰ ਸਾਂਝਾ ਜ਼ਰੂਰ ਕਰਿਓ। ਤਾਂ ਬੱਚੇ ਦੇਖੋ ਵੀਡੀਓ ਚੱਲਦੀ ਦੌਰਾਨ ਹੀ ਫੀਡਬੈਕ ਕਰ ਦਿਆ ਕਰੋ। ਬਾਅਦ ਦੇ ਵਿੱਚ ਤੁਸੀਂ ਮੈਨੂੰ ਪਤਾ ਕਿ ਨਹੀਂ ਕਰਦੇ। ਠੀਕ ਹੈ। ਬਹੁਤ ਘੌੜੀ ਬੰਦੇ ਹੋ ਤੁਸੀਂ ਤਾਂ ਨਹੀਂ ਇਦੋਂ ਬਾਅਦ 'ਚ ਆਨਸਰ ਕਰਦੇ ਤਾਂ ਪਲੀਜ਼ ਆਨਸਰ ਜ਼ਰੂਰ ਕਰਿਆ ਕਰੋ। ਤੇ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹਨਾ। ਹਰੀ ਕ੍ਰਾਂਤੀ ਦੇ ਪਿਤਾ ਵਜੋਂ ਕਿਹਨੂੰ ਜਾਣਿਆ ਜਾਂਦਾ? ਤਾਂ ਬੱਚੇ ਇੱਥੇ ਬਹੁਤ ਬੱਚੇ ਨੇ ਜਿਹੜੇ ਸਾਰੀਆਂ ਆਪਸ਼ਨਾਂ ਰੀਡ ਨਹੀਂ ਕਰਨੀਆਂ, ਉਹਨਾਂ ਨੇ ਡਾਕਟਰ ਐਮ ਐਸ ਸਵਾਮੀਨਾਥਨ ਵੜਕਾ ਦੇਣਾ ਕਿ ਡਾਕਟਰ ਐਮ ਐਸ ਸਵਾਮੀਨਾਥਨ ਦਾ ਕਰੈਕਟ ਆਨਸਰ, ਜੋ ਕਿ ਗਲਤ ਆਨਸਰ ਆ। ਜੇ ਇੱਥੇ ਹੁੰਦਾ ਕਿ ਭਾਰਤ ਦੇ ਜਾਂ ਫਿਰ ਹੁੰਦਾ ਪੰਜਾਬ ਦੇ, ਤੇ ਇਹਦੇ 'ਚ ਤੁਹਾਨੂੰ ਪੁੱਛਦੇ ਵੀ ਪਿਤਾ ਕੌਣ ਨੇ ਹਰੀ ਕ੍ਰਾਂਤੀ ਦੇ, ਦੈਨ ਆਪਣਾ ਆਨਸਰ ਹੋਣਾ ਸੀ ਡਾਕਟਰ ਐਮ ਐਸ ਸਵਾਮੀਨਾਥਨ। ਇਹਨਾਂ ਨੇ ਹਰੀ ਕ੍ਰਾਂਤੀ ਪੁੱਛਿਆ ਨਾ ਤਾਂ ਇੱਥੇ ਆਪਸ਼ਨ ਏ ਕਰੈਕਟ ਆਨਸਰ ਹੋਊਗਾ ਇਹਦਾ, ਨਾਰਮਨ ਬੋਰਲੌਗ। ਠੀਕ ਹੈ। ਤਾਂ ਇਹ ਵਰਲਡ ਦੇ ਨੇ। ਤਾਂ ਜੇ ਤੁਹਾਨੂੰ ਆ ਜੇ ਵੀ ਇਹ ਵਰਡ ਕਿਹਨੇ ਯੂਜ਼ ਕੀਤਾ ਸੀ? ਵਿਲੀਅਮ ਗੌਡ ਨੇ ਇਹ ਸ਼ਬਦ ਸੀਗਾ ਜਿਹੜਾ ਯੂਜ਼ ਕੀਤਾ ਸੀ ਜਾਂ ਕੋਇਨ ਕੀਤਾ ਸੀ। ਤੇ ਪਿਤਾ ਇਹ ਨੇ। ਤੇ ਡਾਕਟਰ ਐਮ ਐਸ ਸਵਾਮੀਨਾਥਨ ਆਪਣੇ ਪੰਜਾਬ ਦੇ ਭਾਰਤ ਦੇ ਨੇ। ਆਹ ਚੀਜ਼ ਨੂੰ ਤੁਸੀਂ ਇੱਥੋਂ ਧਿਆਨ 'ਚ ਰੱਖਣਾ। ਹਰੀ ਕ੍ਰਾਂਤੀ ਦੇ ਨਾਲ ਇਹ ਸੀ ਵੀ ਆਧੁਨਿਕ ਤਕਨੀਕਾਂ ਦਾ ਤੇ ਹਾਈਬ੍ਰਿਡ ਬੀਜ ਸੀਗੇ ਜਿਹੜੇ ਉਹਨਾਂ ਦੀ ਵਰਤੋਂ ਕਰਕੇ ਫਸਲ ਦੀ ਪੈਦਾਵਾਰ ਦੇ ਵਿੱਚ ਭਾਰੀ ਜਿਹੜੇ ਗਰੋਥ ਸੀ ਉਹ ਲੈ ਕੇ ਆਉਣੀ। ਤਾਂ ਪੰਜਾਬ ਦਾ ਏਰੀਆ ਸਾਰਿਆਂ ਨੂੰ ਪਹਿਲਾਂ ਕਿਉਂ ਚੁਣਿਆ ਗਿਆ ਸੀ? ਕਿਉਂਕਿ ਪੰਜਾਬ ਨੂੰ 5 ਪਾਣੀਆਂ ਦੀ ਧਰਤੀ ਕਿਹਾ ਜਾਂਦਾ। ਇੱਥੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਸੀਗੀ। ਸੋ ਦੈਟਸ ਵਾਈ ਇਹ ਏਰੀਆ ਪਹਿਲੀ ਇਹਦੇ ਲਈ ਚੂਜ਼ ਕੀਤਾ ਗਿਆ ਸੀਗਾ। ਤੇ ਕਦੋਂ 1966 ਦੀ ਗੱਲ ਹੈ ਇਹ ਜਦੋਂ ਇਹ ਹੋਇਆ ਸੀ। ਤੇ ਪੰਜਾਬ ਦੀ ਫਾਰਮੇਸ਼ਨ ਵੀ 1 ਨਵੰਬਰ 1966 ਨੂੰ ਹੁੰਦੀ ਆ। ਜਿਹੜੇ ਬੱਚੇ ਨੇ ਆਪਣੀਆਂ ਪਹਿਲਾਂ ਵਾਲੀਆਂ ਕਲਾਸਿਸ ਦੇਖੀਆਂ ਨੇ ਤਾਂ ਬੱਚੇ ਉਹ ਵੀ ਫੈਕਟ ਤੁਸੀਂ ਇੱਥੋਂ ਦੱਸਣਾ ਕਿ ਹਰੀ ਕ੍ਰਾਂਤੀ ਵੇਲੇ ਆਪਣੇ ਸੀਐਮ ਕੌਣ ਸੀਗੇ। ਠੀਕ ਹੈ। ਆਹ ਚੀਜ਼ ਬੱਚੇ ਆਨਸਰ ਤੁਸੀਂ ਕਮੈਂਟ ਕਰਕੇ ਦੇਣਾ। ਨੈਕਸਟ ਪ੍ਰਸ਼ਨ। ਕਿਹੜੀ ਨਦੀ ਪੰਜਾਬ ਵਿੱਚ ਸਭ ਤੋਂ ਲੰਬੀ ਦੂਰੀ ਤੈਅ ਕਰਦੀ ਹੈ? ਰਾਵੀ, ਸਤਲੁਜ, ਬਿਆਸ, ਗੰਗਾ। ਤਾਂ ਬੱਚੇ ਦੇਖੋ ਗੰਗਾ ਹੈ ਜੋ ਇਹ ਤਾਂ ਆਪਣੇ ਪੰਜਾਬ 'ਚੋਂ ਹੀ ਨਹੀਂ ਪੈਂਦੀ। ਠੀਕ ਹੈ। ਤਾਂ ਇਹ ਆਪਸ਼ਨ ਤਾਂ ਗਈ। ਤੇ ਜੇ ਗੰਗਾ ਵੈਸੇ ਆ ਜੇ ਇਹ ਆਪਣੇ ਭਾਰਤ ਦੀ ਲੌਂਗੈਸਟ ਰਿਵਰ ਹੈ, ਨਾਲ ਹੀ ਆਪਣੇ ਨੈਸ਼ਨਲ ਰਿਵਰ ਹੈ। ਤੇ ਜੇ ਤੁਹਾਨੂੰ ਆ ਜੇ ਕਿੰਨੀਆਂ ਸਟੇਟਸ ਤੋਂ ਫਲੋ ਕਰਦੀ ਆ? 5 ਰਾਜਾਂ ਦੇ ਵਿੱਚੋਂ ਗੰਗਾ ਫਲੋ ਕਰਦੀ ਆ। ਤਕਰੀਬਨ ਪਾਣੀ ਇਹਦਾ 15 ਰਾਜਾਂ ਨੂੰ ਜਾਂਦਾ ਗਾ। ਜੇ ਲੈਂਥ ਆ ਜੇ 2525 ਕਿਲੋਮੀਟਰ ਇਹਦੀ ਲੈਂਥ ਹੈ। ਹੋਪਸੋ ਤੁਹਾਨੂੰ ਗੰਗਾ ਬਾਰੇ ਇੰਨੇ ਫੈਕਟ ਕਲੀਅਰ ਹੋ ਗਏ ਹੋਣਗੇ। ਗੋਮੁਖ ਗਲੇਸ਼ੀਅਰ 'ਚੋਂ ਨਿਕਲਦੀ ਆ ਤੇ ਉੱਧਰ ਮਤਲਬ ਕਿ ਕਾਫੀ ਨਦੀਆਂ ਨੇ ਜਿਹੜੀਆਂ ਇੱਧਰ ਇਹਦੇ 'ਚ ਆ ਕੇ ਬਹਿੰਦੀਆਂ ਨੇ। ਤੇ ਰਾਵੀ, ਸਤਲੁਜ, ਬਿਆਸ ਆ ਤਿੰਨੋਂ ਨਦੀਆਂ ਆਪਣੇ ਪੰਜਾਬ ਦੀਆਂ ਨਦੀਆਂ ਨੇ। ਕਿਵੇਂ ਯਾਦ ਰੱਖਣਾ? ਦੇਖੋ ਸਬਰ ਕਰਕੇ ਇਹ ਚੀਜ਼ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਪੰਜਾਬ ਦੇ ਵਿੱਚ ਕਿਹੜੀਆਂ ਨਦੀਆਂ ਨੇ? ਸਬਰ। ਤਾਂ ਸਬਰ ਇੱਥੇ ਆਪਾਂ ਲਾਵਾਂਗੇ ਸਤਲੁਜ, ਬੱਬੇ ਤੇ ਲਾਵਾਂਗੇ ਬਿਆਸ, ਦੈਨ ਰਾਰੇ ਤੇ ਅਸੀਂ ਲਾਵਾਂਗੇ ਰਾਵੀ। ਤਾਂ 3 ਨਦੀਆਂ ਨੇ ਤੇ ਸਾਰਿਆਂ ਨੂੰ ਵੱਧ ਜ਼ਿਲ੍ਹੇ ਪੈਂਦੇ ਨੇ ਜਿਹੜੇ ਉਹ ਸਤਲੁਜ ਤੇ ਪੈਂਦੇ ਨੇ। ਸੋ ਇਸ ਕਰਕੇ ਇਹਨੂੰ ਰੀੜ੍ਹ ਦੀ ਹੱਡੀ ਵੀ ਕਿਹਾ ਜਾਂਦਾ ਪੰਜਾਬ ਦੀ, ਆਪਣਾ ਸਤਲੁਜ ਨੂੰ। ਠੀਕ ਹੈ। ਤਾਂ ਬਿਆਸ, ਰਾਵੀ ਇਹ ਹੋ ਗਈਆਂ। ਤੇ ਇਹ ਬੱਚੇ ਦੇਖੋ ਜਿਵੇਂ ਆਪਾਂ ਪੰਜਾਬ ਇਸ ਤਰ੍ਹਾਂ ਦਾ ਬਣਾਉਂਦੇ ਹਾਂ। ਠੀਕ ਹੈ। ਸਤਲੁਜ ਇੱਥੋਂ ਦੀ ਜਾਂਦੀ ਆ, ਰਾਵੀ ਇੱਥੋਂ ਦੀ, ਰਾਵੀ ਇੱਧਰ ਦੀ ਜਾਂਦੀ ਆ, ਬਿਆਸ ਵਿਚਾਲ ਦੀ ਜਾਂਦੀ ਆ। ਠੀਕ ਆ। ਤੇ ਜਿਹੜੀ ਰਾਵੀ ਆ ਇਹ ਇੰਟਰਨੈਸ਼ਨਲ ਬਾਉਂਡਰੀ ਵੀ ਬਣਾਉਂਦੀ ਆ। ਆਹ ਚੀਜ਼ ਨੂੰ ਤੁਸੀਂ ਇੱਥੋਂ ਧਿਆਨ 'ਚ ਰੱਖਣਾ। ਤੇ ਬਾਕੀ ਫੈਕਟ ਬੱਚੇ ਮੈਂ ਇਹਦੇ ਬਾਰੇ ਤੁਹਾਨੂੰ ਉਹਦੇ 'ਚ ਪੰਜਾਬ ਜੀਕੇ ਵਾਲੇ 'ਚ ਕਰਵਾਏ ਵੇ ਆ, ਕਿਹੜੀ ਨਦੀ ਕਿੱਥੋਂ ਨਿਕਲਦੀ ਆ, ਕਿਹੜੀ ਦੀ ਕੀ ਗੱਲਬਾਤ ਆ। ਠੀਕ ਹੈ। ਤੇ ਜੇ ਤੁਹਾਨੂੰ ਆ ਜੇ ਵਿਸ਼ਵ ਦੀ ਸਭ ਤੋਂ ਲੰਬੀ ਨਦੀ, ਵਿਸ਼ਵ ਦੀ ਲੰਬੀ, ਤੇ ਇੱਕ ਆ ਜੇ ਵਿਸ਼ਵ ਦੀ ਸਭ ਤੋਂ ਲਾਰਜੈਸਟ ਮਤਲਬ ਕਿ ਵੋਲੀਅਮ ਦੇ ਅਕੋਰਡਿੰਗ, ਆਪਣਾ ਵਰਲਡ ਦੀ ਸਭ ਤੋਂ ਲੌਂਗੈਸਟ ਰਿਵਰ ਆ ਬੱਚੇ ਨਾਈਲ ਰਿਵਰ ਜਾਂ ਫਿਰ ਨੀਲ ਰਿਵਰ, ਜਿਹੜੀ ਕਿ ਅਫਰੀਕਾ ਕੰਟੀਨੈਂਟ ਦੇ ਵਿੱਚ ਹੈ। ਠੀਕ ਹੈ। ਤੇ ਕਿੰਨੇ ਕੰਟੀਨੈਂਟ ਨੇ ਟੋਟਲ ਆਪਣੇ? ਆਪਣਾ 7 ਕੰਟੀਨੈਂਟ ਨੇ। ਕਿਹੜੇ ਕਿਹੜੇ ਨੇ? ਏਸ਼ੀਆ, ਏਸ਼ੀਆ ਹੈਗਾ, ਏਸ਼ੀਆ ਦੇ ਨਾਲ ਯੂਰਪ ਆ, ਨੀਚੇ ਅਫਰੀਕਾ ਹੈਗਾ, ਤੇ ਇਸ ਤੋਂ ਬਾਅਦ ਨਾਰਥ ਅਮਰੀਕਾ, ਸਾਊਥ ਅਮਰੀਕਾ, ਅੰਟਾਰਕਟਿਕ ਤੇ ਆਸਟ੍ਰੇਲੀਆ। 7 ਕੰਟੀਨੈਂਟ ਨੇ। ਉਹਨਾਂ ਦੇ ਵਿੱਚੋਂ ਅਫਰੀਕਾ ਕੰਟੀਨੈਂਟ ਆ ਜਿਹੜਾ ਕਿ ਸਭ ਤੋਂ ਗਰੀਬ ਕੰਟੀਨੈਂਟ ਆ। ਇਸ ਨੂੰ ਬਲੈਕ ਕੰਟੀਨੈਂਟ ਵੀ ਕਿਹਾ ਜਾਂਦਾ। ਇਹਦੇ ਵਿੱਚ ਹੀ ਨਾਈਲ ਰਿਵਰ ਆ ਬੱਚੇ। ਸਹਾਇਲ ਰੀਜਨ ਵੀ ਇਹਦੇ 'ਚ ਹੀ ਪਾਇਆ ਜਾਂਦਾ ਗਾ। ਠੀਕ ਹੈ। ਹਾਰਨ ਆਫ ਅਫਰੀਕਾ ਦੇ ਵਿੱਚ 4 ਦੇਸ਼ ਨੇ, ਉਹ ਵੀ ਇਹਦੇ 'ਚ ਨੇ, ਸਮਾਲੀਆ ਵਰਗੇ ਦੇਸ਼, ਸੁਡਾਨ, ਇਹੋ ਜਿਹਾ ਕੁਛ ਆਉਂਦਾ। ਤੇ ਇਹ ਚੀਜ਼ ਨੂੰ ਵੀ ਤੁਸੀਂ ਯਾਦ ਰੱਖਣਾ। ਤੇ ਜੇ ਅੱਜ ਤੁਹਾਨੂੰ ਲਾਰਜੈਸਟ ਕਿਹੜੀ ਆ ਸਭ ਤੋਂ, ਤਾਂ ਉਹਦੇ 'ਚ ਤੁਸੀਂ ਲਾਓਗੇ ਐਮਾਜ਼ੋਨ ਰਿਵਰ।
ਐਮਾਜ਼ੋਨ ਹੁਣ ਉਹ ਨਹੀਂ ਹੈਗਾ ਜਿੱਥੋਂ ਆਪਾਂ ਆਨਲਾਈਨ ਚੀਜ਼ਾਂ ਮੰਗਾਉਂਦੇ ਹਾਂ, ਠੀਕ ਹੈ, ਕਿਤੇ ਉਹੀ ਸਮਝ ਲਓ ਤੁਸੀਂ ਇਹਨੂੰ। ਤਾਂ ਐਮਾਜ਼ੋਨ ਰਿਵਰ ਵੋਲੀਅਮ ਦੇ ਆਧਾਰ ਤੇ ਸਾਰਿਆਂ ਨੂੰ ਲਾਰਜੈਸਟ ਰਿਵਰ ਹੈ ਵਿਸ਼ਵ ਦੀ। ਤਾਂ ਇਹ ਬੱਚੇ ਕਿਹੜੇ ਕੰਟੀਨੈਂਟ ਦੇ ਵਿੱਚ? ਇਹ ਸਾਊਥ ਅਮਰੀਕਾ ਦੇ ਵਿੱਚ, ਅਫਰੀਕਾ ਨਹੀਂ ਹੈਗਾ, ਸਾਊਥ ਅਮਰੀਕਾ ਦੇ ਉਹਦੇ ਵਿੱਚ ਆ। ਫਿਰ ਇੱਕ ਐਮਾਜ਼ੋਨ ਕਰਕੇ ਜੰਗਲ ਵੀ ਨੇ, ਐਮਾਜ਼ੋਨ ਕਰਕੇ ਕੀ ਨੇ? ਜੰਗਲ ਨੇ, ਜਿਹੜੇ ਦੁਨੀਆ ਦੇ ਸਭ ਤੋਂ ਲਾਰਜੈਸਟ ਜੰਗਲ ਨੇ। ਤਕਰੀਬਨ 11 ਦੇਸ਼ਾਂ ਦੇ ਵਿੱਚ ਫੈਲੇ ਹੋਏ ਨੇ ਇਹ, ਤੇ ਤਕਰੀਬਨ 22 ਤੋਂ 23% ਆਕਸੀਜਨ ਦੀ ਪੂਰਤੀ ਇਹ ਇਕੱਲੇ ਕਰਦੇ ਨੇ ਪੂਰੇ ਵਿਸ਼ਵ ਦੀ। ਸੋ ਦੈਟਸ ਬਾਈ ਇਹਨਾਂ ਨੂੰ ਕੀ ਕਿਹਾ ਜਾਂਦਾ? ਲੰਗਸ ਆਫ ਦਾ ਅਰਥ ਕਿਹਾ ਜਾਂਦਾ, ਮਤਲਬ ਕਿ ਧਰਤੀ ਦੇ ਫੇਫੜੇ ਕਿਹਾ ਜਾਂਦਾ ਕਿਹਨਾਂ ਨੂੰ? ਐਮਾਜ਼ੋਨ ਦੇ ਜੋ ਜੰਗਲ ਨੇ। ਇਹ ਕਿੱਥੇ ਨੇ? ਸਾਊਥ ਅਮਰੀਕਾ ਦੇ ਵਿੱਚ ਨੇ। ਜਿਵੇਂ ਉੱਪਰਲੇ ਵਿੱਚ ਨੇ ਆਹ, ਠੀਕ ਹੈ, ਤਾਂ ਇੱਥੇ ਕੈਨੇਡਾ ਹੈਗਾ, ਇੱਥੇ ਅਮਰੀਕਾ, ਮੈਕਸੀਕੋ, ਇੱਥੇ ਫਿਰ ਛੋਟੇ ਮੋਟੇ ਹੋਰ ਦੇਸ਼ ਜੇ ਨੇ। ਤਾਂ ਆਹ ਤਾਂ ਹੈਗਾ ਨਾਰਥ ਅਮਰੀਕਾ। ਫਿਰ ਇਹ ਦੂਆ ਦਾ ਨੀਚੇ ਪੇਰੂ, ਚਿਲੀ, ਬ੍ਰਾਜ਼ੀਲ, ਇਹੋ ਜਿਹੇ ਦੇਸ਼ ਨੇ, ਇਹ ਹੈਗੇ ਨੇ ਆਪਣੇ ਸਾਊਥ ਅਮਰੀਕਾ ਦੇ ਵਿੱਚ, ਠੀਕ ਹੈ। ਤੇ ਆਪਣਾ ਪਿਆਰਾ ਭਾਰਤ ਕਿਹੜੇ 'ਚ ਆਉਂਦਾ? ਏਸ਼ੀਆ ਮਹਾਦੀਪ ਦੇ ਵਿੱਚ ਆਉਂਦਾ। ਤੇ ਆਪਣੇ ਗੁਆਂਢੀ ਮੁਲਕ ਨੇ ਜਿਵੇਂ ਪਾਕਿਸਤਾਨ, ਨੇਪਾਲ, ਭੂਟਾਨ ਹੋ ਗਿਆ, ਇਹ ਸਾਰੇ ਤੁਸੀਂ ਯਾਦ ਰੱਖਣੇ ਆ। ਤੇ ਬੱਚੇ ਇੱਕ ਕਰੰਟ ਦਾ ਮੁੱਦਾ ਹੋਰ ਵੀ ਹੈ, ਮੈਂ ਤੁਹਾਨੂੰ ਵੈਸੇ ਚੈਨਲ ਦੇ ਉੱਤੇ ਆਪਣੇ ਪੋਸਟ ਕੀਤਾ ਸੀ MCQ, ਤੇ ਸ੍ਰੀਲੰਕਾ ਦੇਸ਼, ਠੀਕ ਹੈ, ਸ੍ਰੀਲੰਕਾ ਯਾਦ ਰੱਖਣਾ। ਸ੍ਰੀਲੰਕਾ ਦੀ ਜੋ ਕੇਂਦਰੀ ਬੈਂਕ ਆ ਉਹਨੇ ਕਿਹਾ ਵੀ ਭਾਰਤ ਦੇ ਰੁਪਈਏ ਨੂੰ ਅਸੀਂ ਘਰੇਲੂ ਦੇਣ ਲੈਣ ਦੇ ਲਈ ਗੈਰ ਕਾਨੂੰਨੀ ਘੋਸ਼ਿਤ ਕਰਦੇ ਹਾਂ, ਇਹ ਚੀਜ਼ ਨੂੰ ਯਾਦ ਰੱਖਣਾ। ਹਾਲ ਹੀ ਵਿੱਚ GST ਦੀ ਕਿਹੜੀ ਨੰਬਰ ਦੀ ਇਹਦੀ ਕੌਂਸਲ ਦੀ ਮੀਟਿੰਗ ਹੋਈ ਆ? 51ਵੇਂ ਨੰਬਰ ਦੀ ਮੀਟਿੰਗ ਹੋਈ ਆ, ਜਿਹਦੇ 'ਚ ਆਨਲਾਈਨ ਗੇਮਿੰਗ ਨੂੰ 28% ਵਾਲੀ ਸਲੈਬ ਦੇ ਵਿੱਚ ਰੱਖਿਆ ਗਿਆ। ਤੇ GST ਸਾਡੇ ਕਦੋਂ ਲਾਗੂ ਹੋਇਆ ਸੀ? 2017 'ਚ ਲਾਗੂ ਹੋਇਆ ਸੀ। ਤੇ ਇਹ ਕਿਹੜਾ ਬੱਚੇ ਡਾਇਰੈਕਟ ਜਾਂ ਫਿਰ ਇਨਡਾਇਰੈਕਟ ਟੈਕਸ ਹੈ, ਇਹ ਤੁਸੀਂ ਦੱਸਣਾ। ਇਹਦੀ ਫੁੱਲ ਫਾਰਮ ਗੁੱਡਸ ਸਰਵਿਸ ਟੈਕਸ ਹੈ, ਤੇ ਇਹ ਚੀਜ਼ ਨੂੰ ਯਾਦ ਰੱਖਣਾ। ਤੇ ਇੱਕ ਇਹਦਾ ਪੁਆਇੰਟ ਕਿਹੜੇ ਬੇਸ ਆ ਸਾਡੇ, ਮਤਲਬ ਕਿ ਕਾਹਦੇ ਆਧਾਰ ਤੇ? ਕੈਨੇਡੀਅਨ ਮਾਡਲ ਆ, ਕੈਨੇਡੀਅਨ ਮਾਡਲ ਦੇ ਆਧਾਰ ਆ, ਠੀਕ ਹੈ। ਬਾਕੀ ਬੱਚੇ ਹੋਪਸੋ ਚਲੋ ਇਕੋਨਮੀ ਦੇ ਵਿੱਚ ਇਹ ਅੱਜ ਵਾਲੀ ਲਾਈਵ ਸੈਸ਼ਨ ਲਾ ਲਿਓ, ਉਹਦੇ 'ਚ ਆਪਾਂ ਇਹਨੂੰ ਕਵਰ ਕਰਵਾਵਾਂਗੇ ਤੁਹਾਨੂੰ, ਠੀਕ ਹੈ। ਤੇ ਇਹਦਾ ਕਰੈਕਟ ਆਨਸਰ ਸੀ ਆਪਸ਼ਨ B। ਜੇ ਵੀਡੀਓ ਲਾਈਕ ਨਹੀਂ ਕੀਤੀ ਦੈਨ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਤੇ ਬੱਚੇ ਇਹ ਸੀਗੇ ਅੱਜ ਦੇ ਇੰਪੋਰਟੈਂਟ MCQ, ਤੇ ਨਾਲ ਇਹਦੇ 'ਚ ਆਪਾਂ ਪੋਲਿਟੀ ਦੇ 2-3 ਫੈਕਟ ਨੇ ਜਿਹੜੇ ਉਹ ਵੀ ਦੇਖ ਲੈਂਦੇ ਆ। ਤੇ ਆਪਣੇ ਬੱਚੇ ਸੰਵਿਧਾਨ ਦਾ ਭਾਗ ਪਹਿਲਾ, ਇਹਦੇ 'ਚ ਕੀ ਆ? ਯੂਨੀਅਨ ਐਂਡ ਇਟ ਇਜ਼ ਟੈਰੀਟਰੀ। ਇਹਦੇ 'ਚ ਆਰਟੀਕਲ 1 ਤੋਂ ਲੈ ਕੇ 4 ਤੱਕ ਨੇ। ਫਿਰ ਇਹ ਤੋਂ ਬਾਅਦ ਆਉਂਦਾ ਸੰਵਿਧਾਨ ਦਾ ਆਪਣੇ ਭਾਗ ਦੂਜਾ ਕਾਹਦੇ ਨਾਲ ਰਿਲੇਟਡ ਆ? ਇਹ ਹੈਗਾ ਸਿਟੀਜ਼ਨਸ਼ਿਪ ਦੇ ਨਾਲ ਰਿਲੇਟਡ ਹੈ। ਇਹਦੇ 'ਚ ਲੈ ਕੇ 4 ਤੇ ਖਤਮ ਹੋਏ, 5 ਤੋਂ ਲੈ ਕੇ 11 ਤੱਕ ਆਰਟੀਕਲ ਇਹਦੇ 'ਚ ਨੇ। 7 ਸਾਲ ਦੀ ਸਾਡੇ ਚਾਹੀਦਾ ਇੱਥੇ ਰਹਿਣ ਦੇ ਲਈ, ਜੇ ਕਿਸੇ ਨੇ ਮਤਲਬ ਕਿ ਆਪਣੇ PR ਲੈਣੀ ਆ। ਫਿਰ ਇਹ ਤੋਂ ਬਾਅਦ ਜਿਹੜਾ ਆਪਣੇ ਭਾਗ ਤੀਜਾ ਹੈਗਾ, ਭਾਗ ਤੀਜਾ ਕਾਹਦੇ ਨਾਲ ਆ? ਮੋਸਟ ਇੰਪੋਰਟੈਂਟ ਫੰਡਾਮੈਂਟਲ ਰਾਈਟਸ, ਜਿਹਨੂੰ ਅਸੀਂ ਮੁੱਢਲੇ ਅਧਿਕਾਰ ਕਹਿੰਦੇ ਆ, ਤੇ ਇਹਦੇ ਨਾਲ ਰਿਲੇਟਡ ਆ। 12 ਤੋਂ ਲੈ ਕੇ 35 ਆਰਟੀਕਲ ਇਹਦੇ 'ਚ ਨੇ। ਸਟਾਰਟਿੰਗ ਦੇ ਵਿੱਚ ਸਾਨੂੰ 7 ਫੰਡਾਮੈਂਟਲ ਰਾਈਟ ਦਿੱਤੇ ਗਏ ਸੀ, ਪਰ ਸਾਡੇ ਕੋਲ ਜਿਹੜਾ ਰਾਈਟ ਟੂ ਪ੍ਰੋਪਰਟੀ ਆ ਉਹ ਅਸੀਂ ਇਹਦੇ 'ਚੋਂ ਕੱਢ ਕੇ 300A ਦੇ ਵਿੱਚ ਰੱਖਤਾ, ਲੀਗਲ ਰਾਈਟ ਹੋ ਗਿਆ ਸੀ। ਸੋ ਇਹ ਮਤਲਬ ਹੁਣ 6 ਰਹਿ ਗਏ ਨੇ ਸਾਡੇ ਕੋਲ। ਫਿਰ ਆਉਂਦਾ ਭਾਗ ਚੌਥਾ ਪੋਲਿਟੀ ਦਾ ਸੰਵਿਧਾਨ ਦਾ, ਤੇ ਇਹ ਹੈਗਾ ਬੱਚੇ DPSP ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਤੇ ਇਹਦੇ 'ਚ ਆਰਟੀਕਲ 36 ਤੋਂ ਲੈ ਕੇ 51 ਤੱਕ ਆਉਂਦੇ ਨੇ। ਫਿਰ ਅਸੀਂ ਇਹਦੇ 'ਚ ਇੱਕ ਭਾਗ ਹੋਰ ਜੋੜਿਆ ਸੀ ਇੱਥੇ, ਪਾਰਟ 4A, ਮਤਲਬ ਕਿ ਇਸੇ 'ਚ ਹੀ ਜੋੜਤਾ ਸੀ 4A, ਆਰਟੀਕਲ 51A ਰੱਖਤਾ ਸੀ, ਜਿਹਦੇ 'ਚ ਅਸੀਂ ਰੱਖੀਆਂ ਸੀ ਫੰਡਾਮੈਂਟਲ ਡਿਊਟੀਜ਼, ਠੀਕ ਹੈ। ਤਾਂ ਸਵਰਨ ਸਿੰਘ ਕਮੇਟੀ ਨੇ ਰਿਕਮੈਂਡੇਸ਼ਨ ਕੀਤਾ ਸੀਗਾ, ਤੇ ਅਸੀਂ USSR ਤੋਂ ਅਡਾਪਟ ਉਹ ਕੀਤੀਆਂ ਸੀਗੀਆਂ। ਹੋਪਸੋ ਤੁਹਾਨੂੰ ਆਹ ਬੱਚੇ ਇੰਨੇ ਕੁ ਫੈਕਟ ਇੱਥੋਂ ਕਲੀਅਰ ਹੋ ਗਏ ਹੋਣਗੇ। ਤੇ ਸੰਵਿਧਾਨ ਸਾਡਾ ਕਦੋਂ ਲਾਗੂ ਹੋਇਆ? 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ। ਬਣਾਉਣ ਨੂੰ 2 ਸਾਲ 11 ਮਹੀਨੇ, ਆਪਣਾ 2 ਸਾਲ 11 ਮਹੀਨੇ ਤੇ 18 ਦਿਨ ਲੱਗੇ ਸੀਗੇ, ਠੀਕ ਹੈ। ਤੇ ਇਹ ਚੀਜ਼ ਨੂੰ ਵੀ ਤੁਸੀਂ ਯਾਦ ਰੱਖਣਾ। ਹੋਪਸੋ ਇੰਨੇ ਫੈਕਟ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਤਾਂ ਜਿਹੜੇ ਬੱਚੇ ਨੇ ਹਲੇ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ, ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਲਿਓ। ਤਾਂ ਬੱਚੇ ਤੁਹਾਨੂੰ ਪੂਰਾ ਟੂ ਦਾ ਪੁਆਇੰਟ ਕੰਟੈਂਟ ਮਿਲੂਗਾ, ਜਿਹੜਾ ਐਗਜ਼ਾਮ ਓਰੀਐਂਟਡ ਹੋਊਗਾ। ਇੱਧਰ ਉੱਧਰ ਦੀ ਗੱਲਬਾਤ ਕੋਈ ਨਹੀਂ, ਡਾਇਰੈਕਟ ਮੁੱਦੇ ਦੀ ਗੱਲ ਹੋਊਗੀ। ਤਾਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਤੇ ਕਿਵੇਂ ਦੀ ਵੀਡੀਓ ਲੱਗੀ ਬੱਚੇ ਫੀਡਬੈਕ ਜ਼ਰੂਰ ਦਿਆ ਕਰੋ, ਤਾਂ ਜੋ ਬਾਕੀ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਕਿ ਤੁਹਾਨੂੰ ਚੈਨਲ ਤੇ ਕਿਹੋ ਜਿਹੀ ਚੀਜ਼ ਕਰਵਾਈ ਜਾ ਰਹੀ ਹੈ। ਕਿਸੇ ਦਾ ਕੋਈ ਡਾਊਟ ਹੈ ਦੈਨ ਨੀਚੇ ਕਮੈਂਟ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।